ਵਾਹਿਗੁਰੂ ਜੀ ਸੁਣਿਐ ਸਰਾ ਗੁਣਾ ਕੇ ਗਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 11ਵੀਂ ਪੌੜੀ ਦੀ ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਦਕਾ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਸਰਾ ਅੰਗ ਹੈ। ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੁਣਨਾ ਕਰੋ ਜੀ। ਵਾਹਿਗੁਰੂ ਜੀ ਸੁਣਿਐ ਸਰਾ ਗੁਣਾ ਕੇ ਗਾਹ। ਸੁਣ ਦੇ ਮਹਾਤਮ ਤੇ ਔਰ ਗਿਆਨ ਦੇ ਚਾਰ ਸਾਧਨ ਤੇ ਵਿਚਾਰ ਹੋ ਰਹੀ ਹੈ। ਸਿੱਧਾਂ ਨੇ ਕਿਹਾ ਸੀ ਵੀ ਗਿਆਨ ਦੇ ਜਿਹੜੇ ਚਾਰ ਸਾਧਨ ਸਰਵਣ ਮੰਨਣ ਅਧਿਆਸਨ ਤਤ ਤੋਂ ਹੀ ਪਦਾ ਸੁਸ਼ੋਧਨ, ਉਹਦੀ ਵਿਚਾਰ ਸਾਨੂੰ ਦੱਸੋ। ਉਹਦੇ ਤੇ ਮਹਾਰਾਜ ਨੇ ਚਾਰ ਪੌੜੀਆਂ ਸੁਣਿਆ ਈਸ਼ਰ ਬਰਮਾ ਇੰਦ ਤੋਂ ਸ਼ੁਰੂ ਕਰਕੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਹੁਣ ਚੌਥੀ ਪੌੜੀ ਜਿਹੜੀ ਹੈ ਸੁਣੇ ਦੀ ਚੌਥੀ ਪੌੜੀ, ਉਸ ਤਰ੍ਹਾਂ 11ਵੀਂ ਪੌੜੀ ਹੈ। ਇਹਦੇ ਨਾਲ ਹੀ ਗਿਆਨ ਦਾ ਜਿਹੜਾ ਸਾਧਨ ਹੈ ਸਰਵਣ ਮਹਾਤਮ, ਤੇ ਉਹ ਇੱਥੇ ਅੱਜ ਦੀ ਪੌੜੀ ਦੀ ਕਥਾ ਤੋਂ ਬਾਅਦ ਸਮਾਪਤ ਹੋ ਜਾਏਗਾ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸੁਣਿਆ ਹੈ ਸਰਾ ਗੁਣਾ ਕੇ ਗਾਹ। ਇਹ ਸਿੱਧੋ ਜੋ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਕਿ ਸੁਣਦੇ ਨੇ, ਉਹ ਗੁਣਾਂ ਦੇ ਸਰਾ ਕੀ ਇਹ ਸਮੁੰਦਰ ਸਰੋਵਰ ਜੋ ਵੇਦ ਸ਼ਾਸਤਰ ਨੇ, ਧਾਰਮਿਕ ਗ੍ਰੰਥ ਨੇ, ਇਹਨਾਂ ਨੂੰ ਗਾਹ ਕੇ ਇਹ ਵਿਚਾਰ ਲੈਂਦੇ ਆ, ਭਾਵ ਅਵਗਾਹਨ ਕਰ ਲੈਂਦੇ ਨੇ। ਇਹਦਾ ਅਰਥ ਹੈ ਵਿਚਾਰਨਾ। ਜਾ ਕੀ ਲੀਲਾ ਕੀਮਤ ਨਾ ਹੈ ਸਗਲ ਦੇ ਹਾਰੇ ਅਵਗਾਹੇ। ਤੋ ਇਸ ਕਰਕੇ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਜੀਵ ਗੁਣਾਂ ਦੇ ਜੋ ਸ਼ੁਭ ਗੁਣ ਹਨ, ਗੁਣਾਂ ਦੇ ਸਰਾ ਸਮੁੰਦਰ ਆਵਾ ਵਾਹਿਗੁਰੂ ਗਾਹ ਗ੍ਰਹਿਣ ਕਰ ਲੈਂਦੇ ਨੇ। ਉਸ ਵਾਹਿਗੁਰੂ ਦੇ ਨਾਮ ਦੇ ਸੁਣਨ ਕਰਕੇ ਪਤਾ ਲੱਗ ਜਾਂਦਾ ਹੈ ਕਿ ਇਹ ਸਰਾ ਤੀਰ ਹੈ। ਸਰਾ ਨਾਮ ਤੀਰ ਦਾ ਹੁੰਦਾ ਹੈ ਤੇ ਗੁਣਾ ਨਾਮ ਗੁਣ ਦਾ ਭਾਵ ਚਿੱਲੇ ਦਾ ਹੈ। ਇਹ ਚਿੱਲੇ ਦੀ ਗਾਹ ਸਥਾਨ ਮੁੱਠੀ ਹੈ। ਭਾਵ ਕੀ ਹੈ ਸ਼ਸਤਰ ਵਿਦਿਆ ਦੀ ਪ੍ਰਾਪਤੀ ਦਾ ਤੇ ਜੋ ਵੀ ਇਹ ਗਿਆਨ ਹੈ ਉਹ ਵੀ ਸੁਣਨ ਕਰਕੇ ਪ੍ਰਾਪਤ ਹੁੰਦਾ ਹੈ। ਤੇ ਧਰਮੀ ਪੁਰਸ਼ਾਂ ਦੇ ਵਿੱਚ ਆਮ ਲੋਕਾਂ ਨਾਲੋਂ ਸ਼ਸਤਰ ਵਿਦਿਆ ਦੀ ਧਾਰਨਾ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਜਿਵੇਂ ਸ੍ਰੀ ਰਾਮਚੰਦਰ ਜੀ ਤੇ ਗੁਰੂ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੇ ਜਾਂ ਫਿਰ ਅਰਜਨ ਤੀਰ ਅੰਦਾਜ਼ੀ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਉਹਨਾਂ ਦੇ ਚ ਬਾਣ ਚਲਾਉਣ ਦੀ, ਤੀਰ ਚਲਾਉਣ ਦੀ ਅਮੋਘ ਬਾਣ ਸੀ ਉਹਨਾਂ ਦੇ, ਰਾਮਚੰਦਰ ਦੇ ਵੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ। ਤੇ ਇਸ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਇਹ ਅੰਤਰੀ ਭਾਵ ਸਮਝਣਾ ਪ੍ਰੇਮ ਰੂਪੀ ਤੀਰ ਨਿਸ਼ਚੇ ਰੂਪੀ ਗੁਣਾ ਚਿੱਲਾ ਹੈ, ਤੇ ਆਤਮ ਵਿਸ਼ੈਣੀ ਬੁੱਧ ਪ੍ਰੇਮ ਰੂਪੀ ਭਗਤੀ ਦੀ ਕਮਾਨ ਪ੍ਰਾਪਤ ਹੋ ਜਾਂਦੀ ਹੈ। ਜਿਸ ਕਰਕੇ ਜਗਿਆਸੂ ਰੂਪੀ ਤੀਰ ਅੰਦਾਜ਼ ਜਿਹੜਾ ਚੀਰ ਚਲਾਉਣ ਵਾਲਾ ਗਾਹ ਲਕਸ਼ ਦੀ ਪ੍ਰਾਪਤੀ ਦੇ ਨਿਸ਼ਾਨੇ ਨੂੰ ਬਿੰਨ ਲੈਂਦਾ ਹੈ। ਭਾਵ ਇਹ ਹੈ ਵੀ ਸਰੂਪ ਦੀ ਜਗ੍ਹਾ ਜਿਹੜੀ ਹੈ ਆਤਮਿਕ ਸਰੂਪ ਦੀ ਉਹ ਪ੍ਰਾਪਤ ਹੋ ਜਾਂਦੀ ਹੈ। ਕਹੋ ਕਿ ਵੀਰ ਜੇ ਕਿਰਪਾ ਧਾਰਾ ਹੈ ਦੇ ਸੱਚਾ ਨਿਸ਼ਾਨਾ। ਤੋ ਇਸ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਕਰਕੇ ਸਰਾ ਗੁਣਾ ਕੇ ਗਾਹ, ਗੁਣਾਂ ਦੇ ਸਾਗਰ ਪਰਮੇਸ਼ਰ ਵਾਹਿਗੁਰੂ ਉਹ ਗੁਣਾਂ ਦਾ ਸਮੁੰਦਰ ਹੈ। ਤੂੰ ਗੁਣ ਸਾਗਰ ਸੱਚਖੰਡ ਰੂਪੀ ਗਾਹ ਨਾਮ ਸਥਾਨ ਦਾ ਹੁੰਦਾ ਹੈ, ਉਹਨੂੰ ਪ੍ਰਾਪਤ ਕਰ ਲੈਂਦਾ ਜਗਿਆਸੂ। ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਹੀ ਜੀਵ ਸਰਾ ਸਮੁੰਦਰ ਰੂਪੀ ਆ ਜਿਹੜਾ ਸੰਸਾਰ ਰੂਪ ਸਮੁੰਦਰ ਹੈ ਨਾ, ਇਹ ਸਗਲੇ ਗੁਣਾਂ ਨੂੰ ਗਾਹ ਗ੍ਰਹਿਣ ਕਰ ਲੈਂਦਾ। ਭਾਵ ਕਿ ਇਹਦੇ ਸਾਰੇ ਸੰਸਾਰ ਦਾ ਗਿਆਤਾ ਹੋ ਜਾਂਦਾ ਹੈ।
ਤੇ ਇਸ ਕਰਕੇ ਉਸ ਪ੍ਰਭੂ ਦੇ ਨਾਮ ਨੂੰ ਸੁਣ ਕਰਕੇ ਗੁਰਮੁਖ ਜਨ ਜਿਹੜੇ ਨੇ ਸਾਰਿਆਂ ਦੇ ਗੁਣਾਂ ਦੇ ਗਾਹ ਸਥਾਨ ਬਣ ਜਾਂਦੇ ਨੇ। ਗਾਹ ਨਾਮ ਸਥਾਨ ਦਾ ਵੀ ਹੁੰਦਾ। ਸਤ ਸੰਤੋਖ, ਦਇਆ, ਧਰਮ, ਬੈਰਾਗ, ਵਿਵੇਕ, ਵਿਚਾਰ, ਧੀਰਜ, ਨਿਮਰਤਾ, ਸ਼ਰਧਾ, ਪ੍ਰੇਮ, ਖਿਮਾ, ਸ਼ਾਂਤੀ, ਇਹ ਸਾਰੇ ਗੁਣ ਆ ਜਾਂਦੇ ਨੇ। ਗਾਹ ਨਾਮ ਸਥਾਨ ਦਾ ਹੁੰਦਾ ਹੈ। ਜਿਵੇਂ ਪੌਂਟਾ ਸਾਹਿਬ ਜਾਂਦੇ ਹੋ ਤੇ ਸ਼ੇਰਗਾਹ ਬਣੀ ਹੋਈ ਹੈ। ਸ਼ੇਰ ਦੇ ਰਹਿਣ ਦੇ ਸਥਾਨ ਨੂੰ ਸ਼ੇਰਗਾਹ ਕਹਿੰਦੇ, ਉੱਥੇ ਸ਼ੇਰ ਰਹਿੰਦਾ ਸੀ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਗੁਰਮੁਖ ਜਨ ਜੋ ਗੁਣਾ ਇੱਥੇ ਹੁਣ ਬਦਲਾਏ ਅਰਥ ਵਿੱਚ ਵਿਸ਼ੇ ਵਿਕਾਰਾਂ ਦੇ ਸਰਾ ਸਰੋਵਰ ਦੀ ਨਿਆਈ, ਉਹਨਾਂ ਦਾ ਗਿਆਨ ਜਾਂ ਕਰਤਾ ਇੰਦਰੇ, ਉਹਨਾਂ ਵਿਸ਼ਿਆਂ ਨੂੰ ਗਾਹ ਕੀਏ ਦਮਨ ਕਰ ਦਿੰਦੇ। ਤੇ ਜਿਸ ਤਰ੍ਹਾਂ ਗਾਹ ਨਾਮ ਮਸਲਨ ਕਰਨ ਦਾ ਹੁੰਦਾ ਹੈ, ਜਿਵੇਂ ਕਿਸਾਨ ਬਲਦਾਂ ਦੇ ਨਾਲ ਪੈਰਾਂ ਦੇ ਨਾਲ ਕਣਕ ਨੂੰ ਫਸਲ ਨੂੰ ਗਾਹ ਦਿੰਦੇ ਸੀ, ਤੂੜੀ ਬਣਾ ਦਿੰਦੇ, ਇਸ ਤਰ੍ਹਾਂ ਉਹ ਇਹਨਾਂ ਵਿਸ਼ੇ ਵਿਕਾਰਾਂ ਦੀ ਤੂੜੀ ਬਣਾ ਦਿੰਦੀ। ਨਾਮ ਨੂੰ ਸੁਣ ਕਰਕੇ ਜਿਗਿਆਸੂ ਜਨ ਸਾਰ ਰੂਪ ਬ੍ਰਹਮ ਦੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਗਾਹ ਅਸਥਾਨ ਬਣ ਜਾਂਦੇ ਨੇ। ਉਹ ਹਿਰਦਿਆਂ ਵਿੱਚ ਬ੍ਰਹਮ ਗਿਆਨ ਟਿਕ ਜਾਂਦਾ ਹੈ। ਉਸ ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ ਹੀ ਜੋ ਗੁਣਾ ਮਾਇਆ, ਰਜੋ ਗੁਣ, ਸਤੋ ਗੁਣ, ਤਮੋ ਗੁਣ ਦੇ ਵਿੱਚ ਇਹ ਵਰਤ ਰਹੀ ਹੈ, ਇਹਨਾਂ ਨੂੰ ਸਰਾ ਕੀ ਸਰ ਕਰ ਲੈਂਦੇ ਨੇ, ਜਾਣੀ ਜਿੱਤ ਲੈਂਦੇ ਹੈ ਗੁਣਾਂ ਨੂੰ। ਤੇ ਤੁਰਿਆ ਰੂਪ ਜਿਹੜੀ ਪਦਵੀ ਗਾਹ ਜਗ੍ਹਾ ਹੈ ਉਹ ਪ੍ਰਾਪਤ ਕਰ ਲੈਂਦੇ ਨੇ। ਉਸ ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ ਹੀ ਜਿਗਿਆਸੂ ਜਨਾਂ ਦੇ ਅੰਤःਕਰਨ ਰੂਪੀ ਸਰ ਸਰੋਵਰ ਵਿੱਚ ਗਿਆਨ ਰੂਪੀ ਜਲ ਹੋਣ ਦੇ ਗੁਣਾਂ ਕੀ ਗੁਣਾਂ ਨੂੰ ਗਾਹ ਨਾਮ ਗ੍ਰਹਿਣ ਕਰ ਲੈਂਦੇ। ਭਾਵ ਇਹ ਹੈ ਵੀ ਉਸ ਅੰਦਰ ਸਾਰੇ ਗੁਣ ਆ ਜਾਂਦੇ ਨੇ, ਜਿਸ ਕਾਰਨ ਉਹਦੇ ਅੰਤःਕਰਨ ਵਿੱਚ ਗਿਆਨ ਟਿਕ ਜਾਂਦਾ ਹੈ। ਸੁਣਿਆ ਸੇਖ ਪੀਰ ਪਾਤਸ਼ਾਹ, ਉਸ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਹੀ ਵੱਡੇ ਵੱਡੇ ਸੇਖ, ਪੀਰ ਤੇ ਪਾਤਸ਼ਾਹ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਹੋ ਜਾਂਦੇ ਨੇ। ਸੁਣ ਕਰਕੇ ਪਤਾ ਲੱਗਦਾ ਹੈ ਇਹ ਸ਼ੇਖ ਹੈ, ਇਹ ਪੀਰ ਹੈ, ਇਹ ਪਾਤਸ਼ਾਹ ਹੈ। ਸ਼ੇਖ ਸ਼ਬਦ ਜਿਹੜਾ ਇਹ ਅਰਬੀ ਦਾ ਹੈ, ਉਹਦੇ ਅਰਥ ਨੇ ਬਜ਼ੁਰਗ, ਵੱਡਾ, ਵਿਦਵਾਨ, ਧਾਰਮਿਕ ਆਗੂ। ਮੁਸਲਮਾਨਾਂ ਦੇ ਵਿੱਚ ਸ਼ੇਖ ਸ਼ਬਦ ਉਸੇ ਤਰ੍ਹਾਂ ਸਤਿਕਾਰਯੋਗ ਹੈ ਜਿਵੇਂ ਹਿੰਦੂਆਂ ਦੇ ਵਿੱਚ ਬ੍ਰਾਹਮਣ ਸ਼ਬਦ ਸਤਿਕਾਰਯੋਗ ਹੈ। ਤੇ ਪੀਰ ਤੋਂ ਭਾਵ ਹੈ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਇਸਲਾਮ ਮਤ ਵਾਲਿਆਂ ਦੇ ਗੁਰੂ, ਦਰਵੇਸ਼, ਫਕੀਰ ਆਦਿ ਕੁਛ ਵੀ ਕਹੋ। ਪਾਤਸ਼ਾਹ ਤੋਂ ਭਾਵ ਹੈ ਪਾਤ ਜਮਾ ਸ਼ਾਹ। ਪਾਤ ਨਾਮ ਤਖਤ ਦਾ ਹੁੰਦਾ ਹੈ, ਸ਼ਾਹ ਨਾਮ ਮਾਲਕ ਦਾ ਹੈ। ਅਰਥ ਬਣਿਆ ਜਿਹੜਾ ਤਖਤ ਦਾ ਮਾਲਕ ਹੈ। ਤੋ ਇਸ ਕਰਕੇ ਸੁਣਿਆ ਸੇਖ ਪੀਰ ਪਾਤਸ਼ਾਹ, ਨਾਮ ਦੇ ਸੁਣ ਕਰਕੇ ਇਹ ਨਾਮ ਦੀ ਮਹਿਮਾ ਤੇ ਸ਼ੇਸ਼ਨਾਗ ਜੋ ਬਹੁਤ ਵੱਡਾ ਭਜਨੀਕ ਹੈ, ਸਿਮਰਨ ਕਰਨ ਵਾਲਾ ਹੈ। ਸ਼ੇਸ਼ਨਾਗ ਦਾ ਪੀਰ ਕੌਣ ਹੈ? ਵਿਸ਼ਨੂੰ ਜੀ। ਵਿਸ਼ਨੂੰ ਦੀ ਪਦਵੀ ਪਾਤਸ਼ਾਹ, ਤਖਤ ਦੇ ਮਾਲਕ ਬਣੇ, ਉਹ ਵੀ ਨਾਮ ਦੀ ਮਹਿਮਾ ਕਹਿ ਰਹੇ ਨੇ। ਉਸ ਪ੍ਰਭੂ ਦੇ ਨਾਮ ਨੂੰ ਸੁਣ ਕਰਕੇ ਜੀਵ ਜਨਮ ਮਰਨ ਦੀ ਪੀਰ ਨਾਮ ਪੀੜਾ ਦਾ ਵੀ ਹੁੰਦਾ ਹੈ। ਇਸ ਪੀੜਾ ਤੋਂ ਸ਼ੇਖ ਕੀ ਰਹਿਤ ਹੋ ਜਾਂਦਾ ਹੈ, ਸ਼ੇਖ ਨਾ ਬਾਕੀ ਦਾ। ਪਾਤਸ਼ਾਹ ਕੌਣ ਹੈ? ਵਾਹਿਗੁਰੂ, ਉਹਦਾ ਸਰੂਪ ਹੋ ਜਾਂਦੇ। ਜਿਨ੍ਹਾਂ ਗੁਰਮੁਖਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸਰਵਣ ਸ਼ਰਧਾ ਭਰੋਸੇ ਦੇ ਕੰਨਾਂ ਨਾਲ ਕੀਤਾ ਨਾ, ਨਿਸ਼ਚੇ ਵਿਚਾਰ ਦੇ ਕੰਨਾਂ ਨਾਲ ਕੀਤਾ, ਉਹਨਾਂ ਨੂੰ ਸ਼ੇਖ ਬਾਕੀ ਜੋ ਜੰਮਣ ਮਰਨ ਦੀ ਪੀਰ ਪੀੜਾ ਸੀ, ਉਸ ਪੀੜਾ ਨੂੰ ਨਿਵਰਤ ਕਰ ਲੈਂਦੇ ਨੇ। ਅਵਿਦਿਆ ਦੀ ਪੀੜਾ ਨੂੰ ਸੁਕਾ ਦਿੰਦੇ ਨੇ। ਪਾਤਸ਼ਾਹ ਸਰੂਪ ਰੂਪੀ ਤਖਤ ਦੇ ਸਾਹ ਮਾਲਕ ਬਣ ਜਾਂਦੇ ਹਨ। ਤੇ ਅਵਸਥਾ ਕੀ ਮਿਲ ਜਾਂਦੀ ਹੈ? ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ। ਫਿਰ ਵਾਹਿਗੁਰੂ ਦੇ ਨਾਲ ਉਹਨਾਂ ਦਾ ਕੋਈ ਭਿੰਨ ਭੇਦ ਨਹੀਂ ਰਹਿੰਦਾ ਹੈ। ਸੁਣਿਆ ਅੰਧੇ ਪਾਵੈ ਰਾਹ,
ਤੇ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ, ਹੇ ਸਿੱਧੋ, ਸੁਣਨ ਦਾ ਮਹਾਤਮ ਦੱਸਦੇ ਨੇ। ਭਾਵੇਂ ਸੰਸਾਰਕ ਪੱਖ ਹੈ, ਭਾਵੇਂ ਪਰਮਾਰਥਕ ਪੱਖ ਹੈ, ਦੋਨਾਂ ਦੇ ਵਿੱਚ ਸੁਣਨ ਦੀ ਬਹੁਤ ਵੱਡੀ ਮਹੱਤਤਾ ਹੈ। ਸੰਸਾਰਕ ਪੱਖ ਵਿੱਚ ਕੋਈ ਅੰਨਾ ਪੁਰਸ਼ਾਂ ਜੋ ਤੁਰਿਆ ਜਾ ਰਿਹਾ ਹੈ, ਉਹ ਰਸਤਾ ਭਟਕ ਗਿਆ ਤੇ ਅੱਖਾਂ ਵਾਲਾ ਪੁਰਸ਼ ਆਵਾਜ਼ ਦੇ ਕੇ ਉਹਨੂੰ ਕਹਿੰਦਾ, ਭਾਈ ਸੱਜੇ ਪਾਸੇ ਨੂੰ ਹੋ ਜਾ, ਰਸਤਾ ਦੱਸਦਾ, ਜਾਂ ਖੱਬੇ ਪਾਸੇ ਨੂੰ ਹੋ ਜਾ, ਜਾਂ ਸਿੱਧੇ ਹੀ ਆ, ਰਸਤਾ ਸਿੱਧਾ ਹੈ। ਅੰਨਾ ਪੁਰਸ਼ ਸਿੱਧੇ ਰਾਹ ਪੈ ਜਾਂਦਾ, ਸੁਣਿਆ ਅੰਧੇ ਪਾਵੇ ਰਾਹ। ਤੇ ਸੁਣਨ ਕਰਕੇ ਅੰਨਾ ਪੁਰਸ਼ ਜਿਹੜਾ ਸੰਸਾਰਕ ਰਸਤੇ ਸਿੱਧੇ ਪੈ ਗਿਆ। ਤੂੰ ਪਰਮਾਰਥ ਦੇ ਵਿੱਚ ਉਹ ਪ੍ਰਭੂ ਦੇ ਨਾਮ ਨੂੰ ਸੁਣਨ ਵਾਲੇ ਜਿਹੜੇ ਅੰਧੇ ਕੌਣ? ਅਗਿਆਨੀ, ਜਿਨ੍ਹਾਂ ਕੋਲ ਬੈਰਾਗ ਵਿਵੇਕ ਦੇ ਨੇਤਰ ਨਹੀਂ ਹੈ, ਉਹ ਭਗਤੀ ਸਹਿਤ ਗਿਆਨ ਦੇ ਰਾਹੋਂ ਰਸਤੇ ਪੈ ਜਾਂਦੇ ਆ। ਗੁਰਬਾਣੀ ਦੇ ਵਿੱਚ ਅੰਨਾ ਅਗਿਆਨੀ ਵਾਸਤੇ ਵਰਤਿਆ ਹੋਇਆ ਸ਼ਬਦ ਹੈ। ਅੰਧੇ ਇਹ ਨਾ ਆਖੀ ਹਨ ਜਿਨ ਮੁਖ ਲੋਣ ਨਾ ਹੈ, ਅੰਧੇ ਸਈ ਨਾਨਕਾ ਖਸਮੂ ਕੁੱਥੇ ਜਾਹੇ। ਭਾਵ ਕੀ ਹੈ? ਵਾਹਿਗੁਰੂ ਦੇ ਨਾਮ ਨੂੰ ਐਸੇ ਅਗਿਆਨਤਾ ਕਰਕੇ ਜਿਹੜੇ ਅੰਧੇ ਵਿਵੇਕ ਵਿਰਾਗ ਦੇ ਨੇਤਰਾਂ ਤੋਂ ਹੀਣੇ ਪੁਰਸ਼, ਉਹਨਾਂ ਨੂੰ ਗਿਆਨ ਮਾਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋ ਸੁਣਨ ਕਰਕੇ ਉਹਨਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ। ਨੈ ਸੁਣਿਆ ਘਟ ਚਾਨਣਾ ਹਨੇਰ ਗਵਾਵੇ, ਉਤੇ ਅਗਿਆਨਤਾ ਦੇ ਅੰਧੇਰੀ ਦੀ ਉਹ ਗੱਲ ਹੈ। ਤੋ ਇਸ ਕਰਕੇ ਉਸ ਪ੍ਰਭੂ ਦੇ ਨਾਮ ਨੂੰ ਸੁਣਿਆ, ਸੁਣ ਕਰਕੇ ਹੀ ਬ੍ਰਹਮਵੇਤੇ ਪੁਰਸ਼ ਉਹ ਕੀ ਕਰਦੇ ਆ? ਜਿਹੜੇ ਅੰਧੇ ਅਗਿਆਨੀ ਨੇ, ਅਗਿਆਨ ਕਰਕੇ ਜਿਹੜੇ ਬੈਰਾਗ ਵਿਵੇਕ ਦੇ ਨੇਤਰਾਂ ਤੋਂ ਹੀਣੇ ਨੇ, ਉਹਨਾਂ ਅਗਿਆਨੀ ਨੂੰ ਰਾਹੋਂ ਗਿਆਨ ਦੇ ਰਸਤੇ ਦੇ ਉੱਪਰ ਪਾਵੇ ਪਾ ਦਿੰਦੇ, ਚਲਾ ਦਿੰਦੇ ਹੈ। ਜਿਨ੍ਹਾਂ ਨੂੰ ਅਗਿਆਨ ਗ੍ਰਸਤ ਬੁੱਧ ਅੰਧਪਣੇ ਨੂੰ ਪ੍ਰਾਪਤ ਹੋਈ ਹੈ, ਪਰਮਾਰਥ ਵਾਲੇ ਪਾਸੇ ਬੁੱਧ ਜਿਨ੍ਹਾਂ ਦੀ ਕੰਮ ਨਹੀਂ ਕਰਦੇ, ਉਹਨਾਂ ਨੂੰ ਸਤਿਪੁਰਸ਼ਾਂ ਦੀ ਸਿੱਖਿਆ ਨੂੰ ਸੁਣਿਆ, ਸੁਣ ਕਰਕੇ ਉਹਨਾਂ ਦੀ ਬੁੱਧ ਪਰਮਾਰਥ ਦੇ ਰਾਹੋਂ ਰਸਤੇ ਭਗਤੀ ਮਾਰਗ ਨੂੰ ਪ੍ਰਾਪਤ ਕਰ ਲੈਂਦੀ ਹੈ। ਇਸ ਕਰਕੇ ਸਿੱਧੂ ਇਹ ਨਾਮ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਸੁਣਿਆ ਹਾਥ ਵਸਗਾਹ, ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਸੁਣ ਕਰਕੇ ਜੋ ਸਗਾਹੋ ਸਮੁੰਦਰ ਹੈ ਪ੍ਰਤੱਖ, ਉਹ ਵੀ ਹੱਥ ਪਰ ਹੋ ਜਾਂਦਾ ਹੈ। ਜਿਵੇਂ ਰਾਮ ਨਾਮ ਦੀ ਮਹਿਮਾ ਸੁਣਨ ਵਾਲੇ ਤ੍ਰੇਤੇ ਯੁੱਗ ਦਾ ਇਤਿਹਾਸ ਹੈ ਹਨੂਮਾਨ ਜੀ, ਤੇ ਲੰਮਾ ਉਹਨਾਂ ਦਾ ਇਤਿਹਾਸ ਹੈ। ਰਾਮਾਇਣ ਦੇ ਵਿੱਚ ਪਿਤਾ ਦਾ ਬਚਨ ਮੰਨ ਕੇ 14 ਸਾਲ ਵਨਵਾਸ ਵਿੱਚ ਗਏ, ਤੇ ਉੱਥੇ ਰਾਵਣ ਦੀ ਪੈਰ ਸਰੂਪ ਨਖਾਂ ਜੋ ਲక్ష్మణ ਦਾ ਸਰੂਪ ਦੇਖ ਕੇ ਉਹਦੇ ਤੇ ਮੋਹਿਤ ਹੋ ਗਈ। ਉਹਨੇ ਆਪਣੀ ਮੰਦੀ ਵਾਸ਼ਨਾ ਪ੍ਰਗਟ ਕੀਤੀ, ਤਾਂ ਸਮਝਾਉਣ ਤੋਂ ਜਦੋਂ ਨਾ ਸਮਝੀ, ਲక్ష్మణ ਨੇ ਉਹਦਾ ਨੱਕ ਕੱਟ ਦਿੱਤਾ। ਇਹਦੇ ਅਰਥ ਭਾਵੇਂ ਵੱਖਰੇ ਵੱਖਰੇ ਕਰਦੇ ਆ ਜੀ, ਨੱਕ ਨਾਮ ਇੱਜ਼ਤ ਦਾ ਹੁੰਦਾ ਹੈ, ਉਹਦੀ ਇੱਜ਼ਤ ਕੱਟੀ ਗਈ, ਐ ਹੋਇਆ। ਨਹੀਂ, ਐਸੀ ਗੱਲ ਨਹੀਂ ਸੀ। ਇੱਕ ਕਾਨੂੰਨ ਬਣਿਆ ਹੋਇਆ ਸੀ ਜਿਹੜਾ ਹੁਣ ਤੱਕ ਵੀ ਕਿਸੇ ਨਾ ਕਿਸੇ ਵਰਲਡ ਦੇ ਖਲ ਖੂੰਜੇ ਵਿੱਚ, ਅਰਬ ਕੰਟਰੀਆਂ ਦੇ ਅੰਦਰ, ਇਸਲਾਮ ਦੇ ਅੰਦਰ, ਦੂਸਰੇ ਧਰਮਾਂ 'ਚ ਅੱਜ ਵੀ ਮੌਜੂਦ ਹੈ। ਇੱਕ ਗੱਲ ਪੜ੍ਹ ਕੇ ਕੋਈ ਗੱਲ ਸਪਸ਼ਟ ਨਹੀਂ ਹੁੰਦੀ। ਜੇ ਇਸੇ ਗੱਲ ਨੂੰ ਕਿ ਵੀ ਦੇਖੋ ਜੀ ਲక్ష్మణ ਨੇ ਨੱਕ ਵੱਢਿਆ, ਗਲਤੀ ਲక్ష్మణ ਦੀ ਸੀ। ਇੱਕ ਭਾਈ ਤੇ ਇੱਥੇ ਤੇ ਕਹਿੰਦਾ ਸੁਣਿਆ, ਕਹਿੰਦੇ ਜੀ ਅੱਜ ਦਾ ਕਾਨੂੰਨ ਹੁੰਦਾ 307 ਦਾ ਪਰਚਾ ਹੋਣਾ ਚਾਹੀਦਾ ਸੀ ਉਹਦੇ ਤੇ। ਇਹੋ ਜਿਹੇ ਲੋਕ ਵੀ ਹੈ। ਅਸਲ ਵਿੱਚ ਕੀ ਸੀ, ਇਸਲਾਮ ਦੇ ਵਿੱਚ ਅੱਜ ਵੀ ਹੈ ਕਿ ਜੇ ਤਾਂ ਕੋਈ ਬੰਦਾ ਉਹਦੀ ਗਲਤੀ ਦੇ ਨਾਲ ਕੋਈ ਪਰਾਈ ਔਰਤ ਨਾਲ ਜ਼ਬਰਦਸਤੀ ਕਰਨਾ ਚਾਹੇ, ਉਹਨੂੰ ਸਜ਼ਾ ਮੌਤ, ਮਾਰ ਦਿੰਦੇ ਆ। ਜੇ ਔਰਤ ਦੀ ਗਲਤੀ ਹੈ ਤਾਂ ਉਹਦਾ ਫਿਰ ਨੱਕ ਵੱਢ ਦਿੰਦੇ। ਉਹ ਉਸ ਲਿਹਾਜ਼ਨ ਲక్ష్మణ ਨੇ ਨੱਕ ਵੱਢ ਦਿੱਤਾ ਉਹਦਾ, ਕਿਉਂਕਿ ਗਲਤੀ ਸੀ ਉਸ ਦੀ। ਉਹ ਤਾਂ ਵਿਚਾਰੇ ਆਪਣੇ ਸਮਾਂ ਕੱਟਣ ਆਏ ਸੀ। ਉਹਨੇ ਲੂਤੀਆਂ ਲਾ ਕੇ ਚਲੋ ਜੋ ਹੋਇਆ, ਰਾਵਣ ਸੀਤਾ ਦਾ ਅਪਹਰਨ ਕਰ ਲਿਆ, ਚੁਰਾ ਕੇ ਲੈ ਗਿਆ।
ਤਾਂ ਫਿਰ ਰਾਮ ਜੀ ਨੇ ਜਦੋਂ ਕੁਟੀਆ ਵਿੱਚ ਆ ਕੇ ਦੇਖਿਆ, ਰਾਮਚਰਿਤ ਮਾਨਸ ਦੇ ਵਿੱਚ ਅਰਣਿਆ ਕਾਂਡ ਹੈ, ਉਹਦੇ ਵਿੱਚ ਇਹ ਸਾਰੀ ਕਥਾ ਹੁੰਦੀ ਹੈ ਰਮਾਇਣ ਵਿੱਚ। ਕਹਿੰਦੇ ਅਨਜ ਸਮੇਤ ਗਏ ਪ੍ਰਭ ਤਹਿਬਾ, ਗੋਦਾਵਰ ਤਟ ਆਸ਼ਰਮ ਜਹਿਬਾ। ਜਿੱਥੇ ਗੋਦਾਵਰੀ ਦੇ ਕੰਢੇ ਤੇ ਆਸ਼ਰਮ ਸੀ, ਜਿੱਥੇ ਇਹ ਟਿਕੇ ਹੋਏ ਸੀ। ਆਸ਼ਰਮ ਦੇਖ ਜਾਨਕੀ ਹੀਨਾ, ਭਏ ਬਿਕਲ ਜਸ ਪ੍ਰਕਿਰਤ ਦੀਨਾ। ਹਾਂ, ਇਸ ਤਰ੍ਹਾਂ ਦੀ ਮੂੰਹ ਤੇ ਕਹਿੰਦੇ ਹਾਂ ਵੀ ਆਹ ਕੀ ਹੋ ਗਿਆ। ਹਾ ਗੁਣ ਖਾਨ ਜਾਨਕੀ ਸੀਤਾ, ਰੂਪਸ਼ੀਲ ਬ੍ਰਤ ਨੇਮ ਪੁਨੀਤਾ। ਲక్ష్మణ ਸਮਝਾਏ ਬਹੁ ਪਾਂਤੀ, ਪੁੱਛੋ ਚਲੇ ਲਤਾ ਤਰਪਾਤੀ। ਦਸਮ ਗ੍ਰੰਥ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ ਹੈ ਕਿ ਸੀਤਾ ਦੇ ਵਿਯੋਗ ਦੇ ਵਿੱਚ ਉਹ ਪੱਤਿਆਂ ਨੂੰ, ਦਰਖਤਾਂ ਨੂੰ ਵੀ ਪੁੱਛਦੇ ਫਿਰਦੇ ਸੀ, ਮੇਰੀ ਸੀਤਾ ਦੇਖੀ ਹੈ ਕਿਤੇ। ਇਹ ਇੱਕ ਵਿਯੋਗ ਦੀ ਕਹਾਣੀ ਦੱਸੀ ਹੈ, ਪਤੀ ਪਤਨੀ ਦੇ ਪ੍ਰੇਮ ਦੀ ਇੱਕ ਕਹਾਣੀ ਹੈ ਇਹ, ਵੀ ਕਿੰਨਾ ਲਗਾਅ ਸੀ ਇੱਕ ਦੂਜੇ ਦਾ। ਹੋਰ ਕੋਈ ਇਹ ਨਹੀਂ ਸੀ ਵੀ ਰਾਮ ਜੀ ਅਗਿਆਨੀ ਸੀ। ਹੇ ਖਗ ਮਿਰਗ ਮਦਰਸ ਰਹਿਣੀ, ਤੁਮ ਦੇਖੀ ਸੀਤਾ ਮਿਰਗ ਨੈਣੀ। ਦਰਖੰਤ ਪੁੱਛਦੇ ਫਿਰਦੇ ਸੀ। ਹਨੂਮਾਨ ਦਾ ਸਕੰਦਾ ਪਰਬਤ ਤੇ ਮਿਲਾਪ ਹੁੰਦਾ ਹੈ, ਹਨੂਮਾਨ ਭਗਤ ਬਣਦਾ ਹੈ, ਸੁਗਰੀਵ ਭਗਤ ਬਣਦਾ ਹੈ, ਬਾਲੀ ਨੂੰ ਮਾਰਿਆ ਜਾਂਦਾ ਹੈ, ਤੇ ਹਨੂਮਾਨ ਨੂੰ ਸੀਤਾ ਦੇ ਲਿਆਉਣ ਦੀ ਖਬਰ ਵਾਸਤੇ ਭੇਜਿਆ ਜਾਂਦਾ ਹੈ। ਤੇ ਹਨੂਮਾਨ ਪਹਾੜੀ ਦੇ ਉੱਤੋਂ ਕਿਸ ਤਰ੍ਹਾਂ ਚੱਲਦਾ ਹੈ, ਸੁੰਦਰ ਕਾਂਡ ਦੇ ਅੰਦਰ ਫਿਰ ਇਹ ਤੁਕ ਆਉਂਦੀ ਹੈ ਰਮਾਇਣ ਵਿੱਚ, ਜੇ ਮੈਂ ਅਮੋਗ ਰਗਪਤ ਕਰਬਾਨਾ, ਇਹ ਭਾਂਤ ਚੱਲੇ ਹਨੂਮਾਨਾ। ਜਿਵੇਂ ਰਾਮਚੰਦਰ ਦੇ ਤੀਰ ਚੋਂ ਬਾਣ ਚੱਲਦਾ, ਕਹਿੰਦੇ ਐ ਆਕਾਸ਼ ਦੇ ਮਾਰਗ ਨੂੰ ਹਨੂਮਾਨ ਚੱਲੇ ਪਵਨ ਪੁੱਤਰ। ਰਾਵਣ ਦੇ ਬਾਗ ਵਿੱਚ ਗਿਆ, ਸੀਤਾ ਨੂੰ ਮਿਲਿਆ, ਉਹਦਾ ਬਾਗ ਉਜਾੜਿਆ, ਵਾਪਸ ਆਇਆ। ਲੰਮੀ ਕਹਾਣੀ ਹੈ। ਹੁਣ 7 ਯੋਜਨ ਦਾ 28 ਕੋਹ ਬਣਦੇ ਨੇ। 28 ਕੋਹ ਦਾ ਪੜ ਹੈ, ਇੱਕ ਕਿਨਾਰੇ ਤੋਂ ਦੂਜਾ ਕਿਨਾਰਾ। ਤੇ ਲక్ష్మణ ਪੁੱਛਦਾ, ਆਏ ਹੋਏ ਜਦੋਂ ਆ ਕੇ ਖਬਰ ਦੇ ਦਿੱਤੀ ਵੀ ਸੀਤਾ ਜੀਵਤ ਹੈ, 7 ਦੇ ਸਹਿਤ ਹੈ, ਅਸ਼ੋਕ ਬਾਗ ਵਿੱਚ ਹੈ। ਰਾਵਣ ਨੇ ਚੁੱਕ ਲਈ। ਫਿਰ ਉੱਥੇ ਲక్ష్మణ ਪੁੱਛਦਾ ਹੈ, ਕਹੋ ਹਨੂਮਾਨ 7 ਯੋਜਨ ਕੈ, ਸਿੰਧ ਕੈਸੇ ਕੋ ਤਰ ਗਇਓ। ਇਹ ਹਨੂਮਾਨ, ਤੂੰ ਇਹ ਦੱਸ ਵੀ ਇਹ ਸਮੁੰਦਰ 7 ਯੋਜ ਕਿਵੇਂ ਲੰਘਿਆ। ਸ਼ਬਦ ਹੈ, ਸੁਣਿਆ ਹਾਥ ਹੋਵੇ ਅਸਗਾ ਹੋ। ਇਹਦੇ ਤੇ ਅਣਜਾਣ ਬੰਦਾ ਕੋਈ ਇਹ ਵੀ ਕਹਿ ਸਕਦਾ ਵੀ ਗੁਰਬਾਣੀ ਦੀ ਕਥਾ ਦੇ ਵਿੱਚ ਇਹ ਕਿੱਥੇ ਹਿੰਦੂ ਮਤ ਦੀ ਕਥਾ ਚੱਲ ਪਈ। ਜੇ ਈਰਖਾ ਦੀ ਅੱਗ ਜਗ ਪਵੇ ਤਾਂ ਧੂਆਂ ਨਿਕਲੂਗਾ ਹੀ ਨਿਕਲੂਗਾ ਸ਼ਬਦਾਂ ਦਾ। ਫਿਰ ਪ੍ਰਮਾਣ ਦੇਣ ਵਾਸਤੇ ਤੁਸੀਂ ਭਾਵੇਂ ਮੁਸਲਮਾਨਾਂ ਦੇ ਘਰਾਣੇ ਵਿੱਚ ਚਲੇ ਜਾਓ, ਹਿੰਦੂ ਘਰਾਣੇ ਵਿੱਚ ਚਲੇ ਜਾਓ, ਸੰਸਾਰ ਦੇ ਕਿਸੇ ਦੇਸ਼ ਦੀ ਘਟਨਾ ਨੂੰ ਤੁਸੀਂ ਪ੍ਰਮਾਣ ਬਣਾ ਲਓ, ਇਹਦੇ ਤੇ ਕੋਈ ਪਾਬੰਦੀ ਨਹੀਂ ਹੈ। ਔਰ ਨਾਲੇ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਅਗਰਵੰਸ ਕਹਾਇਓ। ਤੇ ਉਸ ਵੇਲੇ ਹਨੂਮਾਨ ਜਵਾਬ ਦਿੰਦਾ ਹੈ, ਜਿਹੜਾ ਆਪਣੀ ਚਲਦੀ ਕਥਾ 'ਚ ਪ੍ਰਮਾਣ ਰੂਪ ਦੇ ਅੰਦਰ ਹੈ। ਸ੍ਰੀ ਰਘਬੀਰ ਕੇ ਨਾਮੇ ਲੈ ਭਵ ਪਾਰ ਪਰੇ, ਜਗ ਤੇ ਬੜ ਭਾਗੀ। ਲక్ష్మణ ਰਾਮ ਜੀ ਦਾ ਨਾਮ ਲੈ ਕੇ ਤਾਂ ਵੱਡੇ ਵੱਡੇ ਭਾਗਾਂ ਵਾਲੇ ਸੰਸਾਰ ਸਮੁੰਦਰ ਤੋਂ ਤਰ ਗਏ। ਕਹਿੰਦੇ ਉਸੇ ਰਾਮ ਦੇ ਨਾਮ ਦੇ ਪ੍ਰਤਾਪ ਨਾਲ ਮੈਂ ਸੁਣਦਾ ਰਿਹਾ ਨਾਮ ਨੂੰ, ਤਾਂ ਹੀ ਧਿਆਨ ਕੀਓ ਮਨ ਮੈਂ, ਮੋਹਿ ਬਾਰਦ ਲਾਂਘਤ ਵਾਰ ਨਾ ਲਾਗੇ। ਨਾਮ ਦੇ ਪ੍ਰਤਾਪ ਦੇ ਨਾਲ ਹੇ ਲక్ష్మణ, ਮੈਂ ਨਾਮ ਦਾ ਪ੍ਰਤਾਪ ਸੁਣਦਾ ਰਿਹਾ ਤੇ ਸੰਸਾਰ ਸਮੁੰਦਰ ਤੋਂ ਸੰਸਾਰ ਦੇ ਜਿਹੜੇ ਭਗਤ ਨੇ ਉਹ ਤਰਦੇ ਨੇ, ਮੈਂ ਤਾਂ ਛੋਟਾ ਜਿਹਾ ਸਮੁੰਦਰੀ ਛਲਾਂਗ ਮਾਰੀ ਹੈ। ਤੇ ਇਸੇ ਕਰਕੇ ਹੈ। ਤੇ ਰਾਮ ਨਾਮ ਦੀ ਮਹਿਮਾ ਜਿਹੜੀ ਹੈ, ਹਰ ਜੀ ਸੇ ਹਰਜਨ ਬੜੇ, ਯਹੀ ਨੇਤ ਭਗਵਾਨ। ਇਹ ਨੇਤ ਹੈ, ਉਹਦੀ ਇੱਛਾ ਹੈ। ਰਾਮ ਗਏ ਪੁਲ ਬਾਂਧ ਕੇ, ਕੂਦ ਪਰੇ ਹਨੂਮਾਨ। ਹਨੂਮਾਨ ਇੱਕ ਛਾਲ ਚ ਮਰਦਾ ਹੈ, ਰਾਮਚੰਦਰ ਜੀ ਪੁਲ ਬੰਨ੍ਹਦੇ ਰਹਿ ਗਏ। ਇਹ ਕਾਹਦੀ ਮਹਿਮਾ? ਕਹਿੰਦੇ ਨਾਮ ਦੀ ਮਹਿਮਾ ਹੈ। ਸੋ ਇਸ ਕਰਕੇ ਐਸਾ ਜਿਹੜਾ ਪਰਮੇਸ਼ਰ ਹੈ, ਉਹ ਵਿਆਪਕ ਰਾਮ ਦੀ ਕਥਾ ਰਾਮ ਰੇਦਾ ਕਰਕੇ ਮਸ਼ਹੂਰ ਹੈ ਅਧਿਆਤਮ ਰਮਾਇਣ ਵਿੱਚ। ਹਨੂਮਾਨ ਸੁਣਦਾ ਰਿਹਾ। ਵਿਸ਼ਾਲ ਸਮੁੰਦਰ ਜਿਹੜਾ ਹੱਥ ਭਰ ਹੋ ਗਿਆ, ਆਰਾਮ ਨਾਲ ਹੀ ਲੰਘ ਗਿਆ। ਤੋ ਇਸ ਕਰਕੇ ਦੋਨੇ ਉਧਰੋਂ ਆਉਣ ਦੇ ਵੇਲੇ ਵੀ ਇਧਰੋਂ ਜਾਣ ਲੱਗੇ, ਕੋਈ ਵਾਧਾ ਨਹੀਂ ਹੋਇਆ।
ਸੁਣਿਆ ਹਾਥ ਹੋਵੇ ਸਗਾਹੋ। ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਹੁਣ ਦੂਸਰੇ ਪਾਸੇ ਆਓ, ਜੋ ਗੁਰਬਾਣੀ ਦਾ ਅਸਲ ਸਿਧਾਂਤ ਹੈ ਤਾਂ ਦ੍ਰਿਸ਼ਟਾਂਤ ਸੀ ਜਿਹੜਾ ਸੁਣਿਆ ਤੁਸੀਂ। ਤੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣਨ ਵਾਲੇ ਨੇ ਜਿਹੜੇ, ਉਹ ਕੀ ਹੁੰਦਾ ਹੈ? ਅਸਗਾਹੋ ਡੂੰਘੇ ਦਰਿਆ, ਇਹ ਤਾਂ ਹੱਥ ਪਰ ਹੁੰਦੇ ਨੇ, ਸੰਸਾਰ ਰੂਪੀ ਸਮੁੰਦਰ ਵੀ ਹੱਥ ਪਰ ਹੋ ਜਾਂਦਾ। ਤੇ ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਦੀ ਵਿਚਾਰ ਆਉਂਦੀ ਹੈ, ਜਾਂ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਗੱਲ ਆਉਂਦੀ ਹੈ, ਸੁਣਿਆ ਹਾਥ ਹੋਏ ਸਗਾਹ ਤੇ ਗੁਰੂ ਕਰਦੀਆਂ ਇਸ ਤਰ੍ਹਾਂ ਦੀਆਂ ਵਿਚਾਰਾਂ। ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਭਾਈ ਗੁਰਦਾਸ ਨੂੰ ਜ਼ਿੰਮੇਵਾਰੀ ਸੌਂਪਦੇ ਨੇ ਕਿ ਤੂੰ ਪ੍ਰਚਾਰ ਕਰਨ ਦੇ ਲਈ ਜਾ, ਭਾਈ ਗੁਰਦਾਸ ਪ੍ਰਚਾਰ ਫੇਰੀ ਵਿੱਚ ਨਿਕਲੇ। ਆਗਰੇ ਦੇ ਅੰਦਰ ਬੜਾ ਭਾਰੀ ਪ੍ਰਚਾਰ ਕੀਤਾ ਭਾਈ ਸਾਹਿਬ ਨੇ। ਆਗਰੇ ਠਹਿਰੇ ਹੋਏ ਸੀ। ਪੁਰਾਣੇ ਸਮੇਂ ਦੇ ਵਿੱਚ ਕੋਈ ਸਾਧਨ ਅੱਜ ਵਰਗੇ ਨਹੀਂ ਸੀ ਹੁੰਦੇ। ਅੱਜ ਤਾਂ 1 ਮਿੰਟ ਦੇ ਪੂਰੇ ਵਰਲਡ 'ਚ ਖਬਰ ਪਹੁੰਚ ਜਾਂਦੀ। ਰਿਸ਼ਤੇਦਾਰੀਆਂ ਦੇ 6-6 ਮਹੀਨੇ ਕੋਈ ਪਤਾ ਨਹੀਂ ਸੀ ਚੱਲਦਾ। ਗਵਾਂਢੀਆਂ ਤੋਂ ਪੁੱਛਦੇ, ਬਈ ਤੇਰੀ ਉਧਰ ਰਿਸ਼ਤੇਦਾਰੀ ਸੀ, ਤੇ ਪਿੰਡ ਚੋਂ ਇੱਕ ਬੰਦਾ ਜਾਂਦਾ ਸੀ, ਉਹ ਸੁੱਖ ਸਾਂਦ ਜਿੱਥੇ ਜਿੱਥੇ ਪਿੰਡ ਦੇ ਵਿੱਚ ਕੋਈ ਰਿਸ਼ਤੇਦਾਰੀ ਸੀ ਉਹਦੀ ਸੁੱਖ ਸਾਂਦ ਦਾ ਪਤਾ ਲੈ ਆਉਂਦਾ, ਖਾਸ ਕਰਕੇ ਨਾਈ ਲੋਕ। ਸਮਾਂ ਹੈ ਨਹੀਂ ਸੀ ਇਸ ਤਰ੍ਹਾਂ। ਭਾਦਰੋਂ ਸੁਦੀ ਤੀਜ 1638 ਵਿਕਰਮੀ ਸੰਮਤ ਨੂੰ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਪੇ। ਇਹ ਖਬਰ ਆਗਰੇ ਪਹੁੰਚਦਿਆਂ ਟਾਈਮ ਲੱਗਿਆ, ਤੇ ਸੁਣਦੀ ਸਰ ਭਾਈ ਸਾਹਿਬ ਜੀ ਉੱਥੋਂ ਜਦੋਂ ਤਿਆਰ ਹੋਏ, ਜਿਹੜੇ ਕਥਾ ਸੁਣਨ ਵਾਲੇ ਸੀ, ਭਾਈ ਸਾਹਿਬ ਦੇ ਨਾਲ ਬਹੁਤ ਪਿਆਰ ਹੋ ਗਿਆ ਸੀ, ਗੁਰੂ ਘਰ ਦੇ ਪ੍ਰੇਮੀ ਬਣ ਗਏ ਸੀ। ਉਹ ਸਾਰੀ ਸੰਗਤ ਕਹਿੰਦੀ ਅਸੀਂ ਵੀ ਗੁਰੂ ਸਾਹਿਬ ਜੀ ਦਾ ਚਲਾਣਾ ਸੁਣ ਕੇ ਇੱਥੇ ਨਹੀਂ ਰਹਿ ਸਕਦੇ ਸੀ, ਤੁਹਾਡੇ ਨਾਲ ਹੀ ਚੱਲਾਂਗੇ। ਗੁਰੂ ਅਰਜਨ ਦੇਵ ਜੀ ਦੇ ਕੋਲ, ਬਾਬਾ ਮਹਾਦੇਵ ਜੀ ਦੇ ਕੋਲ, ਬਾਬਾ ਪ੍ਰਿਥੀ ਚੰਦ ਕੋਲ, ਤੇ ਬੀਬੀ ਭਾਨੀ ਦੇ ਕੋਲ ਚੱਲ ਕੇ ਆਪਾਂ ਅਫਸੋਸ ਜ਼ਾਹਰ ਕਰਾਂਗੇ, ਦੁੱਖ ਸਾਂਝਾ ਕਰਾਂਗੇ। ਭਾਈ ਸਾਹਿਬ ਦੇ ਨਾਲ ਚੱਲ ਪਏ। ਤੁਰ ਕੇ ਆਉਣ ਦਾ ਰਸਤਾ ਆਗਰੇ ਤੋਂ ਗੋਇੰਦਵਾਲ ਸਾਹਿਬ ਦੇ ਕਿਨਾਰੇ ਤੱਕ ਦੇਖੋ ਕਿੰਨਾ ਟਾਈਮ ਲੱਗਿਆ ਹੋਊਗਾ। ਅੱਜ ਕੋਈ ਤੁਰ ਕੇ ਜਾ ਕੇ ਦੇਖੇ, ਸਾਈਕਲ ਤੇ ਵੀ ਬਹੁਤ ਦੇਰ ਲੱਗ ਜਾਂਦੀ ਹੈ। ਫੇਰ ਨਾਲ ਬਿਰਧ ਨੇ, ਬੱਚੇ ਨੇ, ਪੜਾਅ ਦਰ ਪੜਾਅ ਮੰਜ਼ਲਾਂ ਮਾਰਦੇ ਹੋਏ। ਮੰਜ਼ਿਲ ਜਿਹੜੀ ਹੁੰਦੀ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, 12 ਕੋਹ ਦਾ ਸਮਾਂ, ਜਿਹੜਾ 12 ਕੋਹ ਕੋਈ ਪਾਰ ਕਰ ਲਵੇ 1 ਮੰਜ਼ਿਲ ਬਣਦੀ ਹੈ। ਉਹ 12 ਕੋਹ ਤੋਂ ਬਾਅਦ ਪੜਾਅ ਕਰਦੇ, ਤੇ ਮੰਜ਼ਲਾਂ ਮਾਰਦੇ ਹੋਏ ਉਹ ਕੁਦਰਤੀ ਸ਼ਾਮ ਪੈ ਗਈ ਜਦੋਂ ਦਰਿਆ ਦੇ ਕਿਨਾਰੇ ਤੇ ਪਹੁੰਚੇ, ਬਿਆਸ ਦੇ ਕਿਨਾਰੇ ਤੇ। ਕਿਤੇ ਪਹਾੜਾਂ 'ਚ ਵਰਖਾ ਹੀ ਨਹੀਂ ਹੋਈ ਸੀ, ਤੇ ਬਿਆਸ ਪੂਰੇ ਜੋਬਨ ਤੇ ਚੜਿਆ ਹੋਇਆ। ਰਾਤ ਦਾ ਸਮਾਂ ਹੋਣ ਕਰਕੇ ਬੇੜੀਆਂ ਵਾਲੇ ਉਹ ਵੀ ਆਪਣੇ ਘਰਾਂ ਨੂੰ ਚਲੇ ਗਏ। ਬੇੜੀਆਂ ਚਲਾਉਣ ਵਾਲਾ ਕੋਈ ਨਹੀਂ। ਮਸਾਂ ਪਹੁੰਚੇ ਸੀ, ਢਿੱਡੋਂ ਵੀ ਭੁੱਖੇ ਨੇ, ਨਿੱਕੇ ਨਿੱਕੇ ਬੱਚੇ ਨੇ ਨਾਲ। ਬਿਰਦਨ ਸਰਦੀ ਦੀ ਮੌਸਮ ਹੈ, ਕਿਉਂਕਿ ਉਸ ਵੇਲੇ ਖਬਰ ਪਹੁੰਚਦੀ ਉਹਨੂੰ ਦੇਰ ਲੱਗੀ। ਜਦੋਂ ਆਏ ਉਧਰ ਤਾਂ ਸਰਦੀ ਦੀ ਮੌਸਮ ਹੋ ਚੁੱਕੀ ਸੀ ਉਸ ਵੇਲੇ। ਮਹਾਰਾਜ ਜੋਤੀ ਜੋਤ ਭਾਵੇਂ ਭਾਦਰੋਂ ਦੇ ਮਹੀਨੇ ਸਮਾਏ, ਖਬਰ ਪਹੁੰਚਦਿਆਂ ਨੂੰ ਦੇਰ ਲੱਗੀ, ਤੇ ਹੌਲੀ ਹੌਲੀ ਫਿਰ ਉਹ ਸਮਾਂ ਲੱਗਿਆ। ਭਾਈ ਸਾਹਿਬ ਨੇ ਕਿਹਾ, ਜੇ ਇਸ ਦਰਿਆ ਦੇ ਕਿਨਾਰੇ ਰਾਤ ਕੱਟੀ ਤਾਂ ਅੱਧੀ ਸੰਗਤ ਬਿਮਾਰ ਹੋ ਜਾਊਗੀ, ਨਮੋਨੀਆ ਹੋ ਜਾਊ, ਬੁਖਾਰ ਹੋ ਜਾਊ, ਖੰਘ ਜ਼ੁਕਾਮ ਹੋ ਜਾਊ, ਕਿਉਂਕਿ ਵਾਤਾਵਰਨ ਠੰਡੀ ਹਵਾ ਚੱਲ ਰਹੀ ਹੈ, ਠੱਕਾ ਵਗਦਾ, ਢਿੱਡੋਂ ਭੁੱਖੇ। ਚਲੋ ਭੁੱਖ ਤਾਂ ਕੱਟੀ ਵੀ ਜਾਂਦੀ ਹੈ, ਇੱਕ ਰਾਤ ਨਾਲ ਕੁਝ ਨਹੀਂ ਹੁੰਦਾ, ਪਰ ਫਿਰ ਵੀ ਬੱਚੇ ਨਹੀਂ ਸਾਰੇ। ਭਾਈ ਸਾਹਿਬ ਵੀ ਚਿੰਤਾਤੁਰ ਹੋ ਗਏ। ਤੇ ਇੱਕ ਸਿੱਖ ਦੀ ਰਸਨਾ ਤੋਂ ਗੁਰੂ ਵਿਸ਼ਵਾਸ ਦੀ ਸੁਣਿਆ ਹਾਥ ਹੋਵੇ ਸਗਾ ਹੋ ਕੇ, ਤੇ ਜਪਜੀ ਸਾਹਿਬ ਪੜ੍ਹਦਾ ਸੀ। ਉਹ ਜਪਜੀ ਸਾਹਿਬ ਪੜ੍ਹਦੇ ਉੱਚੇ ਉੱਚੇ, ਜਦੋਂ ਇਹ ਤੁਕ ਤੇ ਆਇਆ ਸੁਣਿਆ ਹਾਥ ਹੋਵੇ ਸਗਾ ਹੋ, ਕੋਈ ਮੂਲ ਮੰਤਰ ਪੜ੍ਹ ਰਿਹਾ ਸੀ, ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਸੀ, ਕੋਈ ਜਪਜੀ ਸਾਹਿਬ, ਕੋਈ ਸੁਖਮਨੀ ਸਾਹਿਬ। ਇਹ ਤੁਕ ਸੁਣਦੇ ਹੀ ਭਾਈ ਸਾਹਿਬ ਨੇ ਕਿਹਾ ਵੀ ਇਹ ਤਾਂ ਗੁਰੂ ਵੱਲੋਂ ਮੈਨੂੰ ਸੂਚਨਾ ਮਿਲੀ ਹੈ
ਵੀ ਜੇ ਹਨੂਮਾਨ ਦਾ ਸਮੁੰਦਰ 7 ਯੋਜਨ ਦਾ 28 ਕੋਹ ਦਾ ਉਹਨੂੰ ਇੱਕ ਛਲਾਂਗ ਨਾਲ ਲੰਘਿਆ, ਪਰ ਇਹ ਜ਼ਰੂਰ ਹੈ ਬਾਤ। ਹੁਣ ਇੱਥੇ ਇੱਕ ਨੁਕਤੇ ਵਾਲੀ ਗੱਲ ਹੈ, ਤਾਂ ਹਨੂਮਾਨ ਦੀ ਗੱਲ ਸੁਣਾਈ ਗਈ ਹੈ, ਤਾਂ ਇੱਥੇ ਪ੍ਰਮਾਣ ਦਿੱਤਾ ਗਿਆ ਹੈ। ਹਨੂਮਾਨ ਸਮੁੰਦਰ ਪਾਰ ਕੀਤਾ ਸਿਰਫ ਇਕੱਲੇ ਨੇ, 2-4 ਬੰਦੇ ਨਾਲ ਨਹੀਂ ਹੈ। ਰਾਮਚੰਦਰ ਜੀ ਗਏ ਨੇ, ਪੁਲ ਬਣ ਗਏ। ਹੁਣ ਗੁਰੂ ਕਾ ਸਿੱਖ ਖੜਾ ਕਿਨਾਰੇ ਤੇ, ਭਾਈ ਗੁਰਦਾਸ ਦੇ ਆਪਣੇ ਇਕੱਲੇ ਬਿਆਸਾ ਪਾਰ ਕਰਨ ਦੀ ਗੱਲ ਨਹੀਂ ਹੈ, ਗੱਲ ਆ ਗਈ ਗੁਰੂ ਦੀ ਸੰਗਤ ਦੀ। ਭਾਈ ਸਾਹਿਬ ਨੇ ਉਸ ਵੇਲੇ ਸੋਚਿਆ ਵੀ ਗੁਰੂ ਨੇ ਬੜੀਆਂ ਰਿੱਧੀਆਂ ਸਿੱਧੀਆਂ ਬਖਸ਼ੀਆਂ, ਸ਼ਕਤੀਆਂ ਬਖਸ਼ੀਆਂ, ਪਰ ਨਾਲ ਇਹ ਹਦਾਇਤ ਸੀ ਵੀ ਕਿਤੇ ਕਰਾਮਾਤ ਨਹੀਂ ਦਿਖਾਉਣੀ। ਹੁਣ ਆਪਾਂ ਆਪਣੇ ਜੁਮੇ ਨਾ ਲਈਏ ਇਹ ਗੱਲ। ਦੇਖੋ ਸੀ ਤਾਂ ਇਹ ਸਾਰੀ ਕਰਾਮਾਤ ਅਰਦਾਸ ਦੀ, ਗੁਰੂ ਨੇ ਅਰਦਾਸ ਸੁਣੀ, ਬਰਕਤਾਂ ਗੁਰੂ ਨੇ ਦਿੱਤੀਆਂ। ਭਾਈ ਸਾਹਿਬ ਜੀ ਕਹਿਣ ਲੱਗੇ ਨਿਸ਼ਚੇ ਸਾਹਿਬ ਵੀ ਜੇ ਤੁਸੀਂ ਸੰਗਤ ਜੀ ਦਰਿਆ ਪਾਰ ਕਰਨਾ ਚਾਹੁੰਦੇ ਹੋ, ਬੇੜੀਆਂ ਭਾਵੇਂ ਨਹੀਂ ਹੈ, ਮਲਾਹ ਭਾਵੇਂ ਨਹੀਂ ਹੈ, ਪਰ ਇੱਕ ਨਿਸ਼ਚਾ ਧਾਰੋ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾ। ਜੇ ਭਾਈ ਮਰਦਾਨੇ ਨੂੰ, ਭਾਈ ਵਾਲੇ ਨੂੰ ਗੁਰੂ ਨਾਨਕ ਸਾਹਿਬ ਜੀ ਇਹ 106 ਪੰਨੇ ਦੇ ਉੱਤੇ ਕਥਾ ਹੁੰਦੀ ਹੈ, ਮੂਲ ਮੰਤਰ ਪੜ੍ਹਾ ਕੇ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਾਇਆ ਸੀ ਮਹਾਰਾਜ ਨੇ। ਸਮੁੰਦਰ ਦੇ ਉੱਤੇ ਐਂ ਤੁਰੇ ਜਾਂਦੇ ਸੀ ਜਿਵੇਂ ਪਾਣੀ ਦੇ ਉੱਤੇ, ਧਰਤੀ ਦੇ ਉੱਤੇ ਬੰਦਾ ਤੁਰੇ ਜਾਂਦਾ, ਪਾਣੀ ਤੇ ਐਂ ਤੁਰੇ ਜਾਂਦੇ ਸੀ। ਮਰਦਾਨਾ ਬਹੁਤ ਖੁਸ਼ ਹੋਇਆ ਔਰ ਉਸ ਵੇਲੇ ਕਿਹਾ, ਕਹਿੰਦੇ ਬਾਬਾ ਤੋ ਤੇ ਖੁਦਾ ਵਿੱਚ ਭੇਦ ਕੋਈ ਨਹੀਂ, ਤੇਰੇ ਤੇ ਖੁਦਾ ਵਿੱਚ ਕੋਈ ਅੰਤਰ ਨਹੀਂ ਹੈ। ਮਰਦਾਨਿਆਂ ਮਹਾਰਾਜ ਕਹਿੰਦੇ ਚੁੱਪ ਮਰਦਾਨਾ, ਚੁੱਪ ਚੁੱਪ ਕਰ ਜਾ। ਮਹਾਰਾਜ ਆਪਣੀ ਵਡਿਆਈ ਨਹੀਂ ਸੀ ਸੁਣਦੇ। ਮਰਦਾਨਾ ਕਹਿੰਦਾ ਜੀ ਹੁਣ ਸਾਨੂੰ ਡਰ ਕਿਸ ਦਾ? ਕਹਿੰਦਾ ਵੀ ਜਦੋਂ ਪ੍ਰਤੱਖ ਦੇਖ ਲਈ ਤੁਹਾਡੀ ਗੱਲ, ਉੱਥੇ ਵੀ ਸਮੁੰਦਰ ਤੋਂ ਪਾਰ ਹੋਏ। ਭਾਈ ਸਾਹਿਬ ਨੇ ਕਿਹਾ ਉਹੀ ਗੁਰੂ ਨਾਨਕ ਦਾ ਜਪਜੀ ਸਾਹਿਬ ਹੈ, ਉਹੀ ਗੁਰੂ ਨਾਨਕ ਦਾ ਮੂਲ ਮੰਤਰ ਸਤਨਾਮ ਹੈ। ਤੇ ਭਾਈ ਸਾਹਿਬ ਜੀ ਨੇ ਉਸ ਵੇਲੇ ਕਹਿਣ ਲੱਗੇ ਵੀ ਗੁਰਸਿੱਖੋ, ਜੇ ਸਤਨਾਮ ਦਾ ਜਾਪ ਕਰਦੇ ਹੋਏ ਮੈਂ ਮੂਹਰੇ ਤੁਰੂੰਗਾ, ਤੁਸੀਂ ਸਤਨਾਮ ਦਾ ਜਾਪ ਕਰਦੇ ਪਿੱਛੇ ਆ ਜਾਓ। ਨਾਮ ਦੇ ਆਸਰੇ ਦਰਿਆ ਪਾਰ ਕਰਨਾ। ਸੰਗਤ ਜੀ ਅੱਜ ਤ੍ਰੇਤੇ ਦਾ ਇਤਿਹਾਸ ਅਸੀਂ ਲੋਕਾਂ ਨੂੰ ਦੱਸਣਾ ਵੀ ਇਕੱਲਾ ਹਨੂਮਾਨ ਇਹ ਸਮੁੰਦਰ ਪਾਰ ਨਹੀਂ ਸੀ ਕਰ ਸਕਦਾ, ਗੁਰੂ ਕੇ ਸਿੱਖ ਵੀ ਕਰ ਸਕਦੇ। ਉਹ ਇਕੱਲਾ ਪਾਰ ਹੋਇਆ, ਇਕੱਲਾ ਹਨੂਮਾਨ ਲੰਘਿਆ ਸੀ ਸਮੁੰਦਰ, ਤੇ ਅੱਜ ਗੁਰੂ ਨਾਨਕ ਦੀ ਸਾਰੀ ਸੰਗਤ ਪਾਰ ਲੰਘ ਜਾਏਗੀ ਜੇ ਨਿਸ਼ਚਾ ਰੱਖੋਗੇ ਤਾਂ। ਸੰਗਤ ਨੇ ਇੱਕ ਆਵਾਜ਼ ਹੋ ਕੇ ਕਿਹਾ, ਭਾਈ ਸਾਹਿਬ ਜੀ ਸਾਨੂੰ ਨਿਸ਼ਚਾ ਹੈ, ਜੇ ਗੁਰੂ ਨੂੰ ਇਹੀ ਪਾਉਂਦਾ ਡੁੱਬ ਕੇ ਭਾਵੇਂ ਮਰ ਜਾਈਏ। ਕਹਿੰਦੇ ਨਹੀਂ ਡੁੱਬੋਗੇ ਨਹੀਂ, ਮੈਂ ਮੂਹਰੇ ਚੱਲਾਂਗਾ, ਮੈਨੂੰ ਦੇਖ ਕੇ ਨਿਸ਼ਚਾ ਕਰ ਲਿਓ। ਜੇ ਮੈਂ ਡੁੱਬ ਗਿਆ ਤੁਸੀਂ ਨਾ ਲੰਘਿਓ, ਜੇ ਮੈਂ ਲੰਘ ਗਿਆ ਤਾਂ ਤੁਸੀਂ ਵੀ ਆ ਜਾ। ਕਹਿੰਦੇ ਜੀ ਠੀਕ। ਹੁਣ ਭਾਈ ਸੰਤੋਖ ਸਿੰਘ ਲਿਖਦੇ ਨੇ, ਕਹਿੰਦੇ ਸਤਨਾਮ ਗੁਰਦਾਸ ਉਚਾਰਾ, ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਬਿਆਸਾ ਨਦੀ। ਪਹਿਲਾਂ ਭਾਈ ਗੁਰਦਾਸ ਤੁਰਿਆ, ਤੇ ਭਾਈ ਗੁਰਦਾਸ ਜਦੋਂ ਗੁਰੂ ਦਾ ਨਿਸ਼ਚਾ ਕੀਤਾ, ਮੂਲ ਮੰਤਰ ਪੜਿਆ, ਗੁਰਮੰਤਰ ਪੜਿਆ, ਸਤਨਾਮ ਸ਼ਬਦ ਕਿਹਾ, ਮੂਲ ਮੰਤਰ ਦਾ ਸੰਖੇਪ ਹੈ, ਇੱਕ ਓੰਕਾਰ ਸਤਨਾਮ, ਇੰਨੇ ਹੀ ਕਿਹਾ ਜੇ। ਤੇ ਜਿਹੜਾ ਦਰਿਆ ਠਾਠਾਂ ਮਾਰਦਾ ਸੀ ਨਾ, ਕਿਸ਼ਤੀਆਂ ਵੀ ਰੋੜ ਕੇ ਲਿਜਾਣ ਵਾਲੀ ਹਾਲਤ ਵਿੱਚ ਸੀ। ਕਹਿੰਦੇ ਸੁਣਿਆ, ਸੁਣਨ ਦੀ ਦੇਰ ਸੀ, ਹਾਥ ਹੋ ਗਿਆ ਸੁਗਾਓ, ਪਾਣੀ ਹੱਥ ਪਰ ਹੋ ਗਿਆ ਉਸ ਵੇਲੇ। ਹੁਣ ਭਾਈ ਸਾਹਿਬ ਅੱਗੇ ਲਿਖਦੇ ਨੇ, ਕਹਿੰਦੇ ਜਾਨੂ ਲਗ ਜਲ ਪਾਲ ਸਲਤਾ ਕੋ, ਸੰਗਤ ਸਗਲ ਦੇਖ ਕਰਤਾ ਕੋ, ਸਤਨਾਮ ਕੋ ਉਚਰਿਓ ਆਛੇ, ਗਮਨ ਕੀਨ ਗੁਰਦਾਸੈ ਪਾਛੇ। ਭਾਈ ਗੁਰਦਾਸ ਦੇ ਪਿੱਛੇ ਪਿੱਛੇ ਚੱਲੇ। ਕਹਿੰਦੇ ਕੱਟ ਲੱਗ ਜਲ ਕਿਸ ਕੇ ਨਹਿ ਆਇਆ, ਕਹਿੰਦੇ ਲੱਕ ਤੱਕ ਪਾਣੀ ਕਿਸੇ ਦੇ ਨਹੀਂ ਆਇਆ। ਸੰਗਤ ਸਕਲ ਪਾਰ ਉਤਰਾਇਓ, ਗੁਰ ਕੋ ਸ਼ਬਦ ਕਰਿਓ ਬੜ ਵੇਰਾ,
ਭਏ ਪਾਰ ਸਗਲੇ ਬਿਨ ਬੇਰਾ। ਦੇਰ ਨਹੀਂ ਲੱਗੀ ਹੈ, ਬੇਰਾ ਨਾਮ ਦੇਰ ਦਾ ਹੁੰਦਾ ਹੈ, ਜਲਦੀ ਦੇ ਕੇ ਬਿਆਸਾ ਪਾਰ ਕਰ ਗਏ। ਕਿਤੇ ਐਸਾ ਵੀ ਲਿਖਿਆ ਹੈ ਕਿ ਬੱਚਿਆਂ ਦੇ ਗੋਡੇ ਤੱਕ ਪਾਣੀ ਆਇਆ, ਜਿਹੜੇ ਨਿੱਕੇ ਬੱਚੇ ਸੀ, ਤੇ ਵੱਡਿਆਂ ਦੇ ਗਿੱਟਿਆਂ ਤੱਕ ਹੀ ਰਿਹਾ, ਐਸਾ ਵੀ ਹੈ। ਤੇ ਇਸ ਕਰਕੇ ਲੱਕ ਤੱਕ ਪਾਣੀ ਕਿਸੇ ਦੇ ਨਹੀਂ ਗਿਆ। ਭਾਈ ਸੰਤੋਖ ਸਿੰਘ ਨੇ ਕਿਹਾ ਵੀ ਉਹ ਗੋਡਿਆਂ ਤੱਕ ਰਿਹਾ, ਤੇ ਉੱਥੇ ਗੋਡਿਆਂ ਦੀ ਬਾਤ ਸੀ ਵੀ ਜਿਹੜੇ ਬੱਚਿਆਂ ਦੇ ਗੋਡਿਆਂ ਤੱਕ। ਗੱਲਾਂ ਦੋਨੇ ਸਹੀ। ਗੁਰੂ ਦੇ ਸ਼ਬਦ ਨੂੰ ਬੇੜਾ ਬਣਾ ਕੇ ਸੰਗਤ ਪਾਰ ਹੋ ਗਈ। ਗੋਇੰਦਵਾਲ ਸਾਹਿਬ ਪਹੁੰਚੇ ਤੇ ਜਾ ਕੇ ਲੰਗਰ ਪਾਣੀ ਛਕਿਆ। ਦਰਿਆ ਦੇ ਕਿਨਾਰੇ ਸੰਗਤ ਪਹੁੰਚੀ। ਗੋਇੰਦਵਾਲ ਪ੍ਰਬੰਧਕਾਂ ਨੂੰ ਪਤਾ ਲੱਗਿਆ ਸੀ ਵੀ ਸੰਗਤ ਆਈ ਹੈ, ਸਤਨਾਮ ਵਾਹਿਗੁਰੂ ਦਾ ਧੁਨਾ, ਉਹਨੇ ਲੰਗਰ ਤਿਆਰ ਕਰ ਲਿਆ ਉਸ ਵੇਲੇ, ਤੇ ਭਾਈ ਸਾਹਿਬ ਨੇ ਸਾਰਿਆਂ ਨੂੰ ਲਗਾ ਦਿੱਤਾ ਪਾਰ। ਹੁਣ ਇਹ ਦੱਸੋ ਵੀ ਭਾਈ ਗੁਰਦਾਸ ਪਾਸੋਂ ਨਾਮ ਦੀ ਮਹਿਮਾ ਸੁਣ ਕੇ ਬਿਆਸਾ ਪਾਰ ਕਿੰਨਿਆਂ ਨੇ ਕੀਤਾ? ਕੀ ਹੋਇਆ ਸੀ? ਸੁਣਿਆ ਹਾਥ ਹੋਵੇ ਅਸਗਾਹੋ, ਹੱਥ ਪਰ ਅਥਾਹ ਪਾਣੀ ਜਿਹਦੇ ਵਿੱਚ। ਤੋ ਇਸੇ ਤਰ੍ਹਾਂ ਜਿਵੇਂ ਇਹ ਘਟਨਾ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਨ ਵਾਲਾ, ਪ੍ਰਬੰਧ ਕਰਨ ਵਾਲਾ, ਪ੍ਰਜਾ ਪਾਲਕ, ਨਿਆਂਕਾਰ, ਬੰਦਗੀ ਵਾਲਾ, ਸੂਰਬੀਰ ਯੋਧਾ, ਜਿਹਦੇ ਕੋਲੋਂ ਪਠਾਨ ਜਿਹੜੇ ਸੀ ਅਫਗਾਨਿਸਤਾਨ ਦੇ, ਜਿਨ੍ਹਾਂ ਨੇ ਅਮਰੀਕਾ ਵਰਗੇ ਦੇਸ਼ਾਂ ਨੂੰ ਭੈਭੀਤ ਕਰ ਦਿੱਤਾ, ਸ਼ੇਰੇ ਪੰਜਾਬ ਦੇ ਜਰਨੈਲਾਂ ਦਾ ਨਾਂ ਸੁਣ ਕੇ ਵੀ ਕੰਬਦੇ ਸੀ, ਹਰੀ ਸਿੰਘ ਨਲੂਏ ਵਰਗਿਆਂ ਦਾ। ਉਸ ਵੇਲੇ ਦੀਆਂ ਪਾਈਆਂ ਹੋਈਆਂ, ਜਦੋਂ ਉਹਨਾਂ ਨੇ ਸ਼ਰਨਾਗਤ ਹੋਏ ਨਾ ਸਰਦਾਰ ਹਰੀ ਸਿੰਘ ਨਲੂਏ, ਵੀ ਜੀ ਸਾਨੂੰ ਬਖਸ਼ ਦਿਓ। ਉਹ ਕਹਿੰਦਾ ਵੀ ਤੁਸੀਂ ਹੁਣ ਸ਼ਰਨ ਆ ਗਏ ਹੋ ਖਾਲਸੇ ਦੀ, ਬਖਸ਼ਣ ਵਾਲੀ ਤਾਂ ਨਹੀਂ ਸੀ, ਇੱਕ ਗੱਲ ਕਰਕੇ ਬਖਸ਼। ਇਹ ਦੱਸੋ। ਕਹਿੰਦੇ ਵੀ ਜਿੰਨਿਆਂ ਨੇ ਬਚਣਾ ਸਲਵਾਰਾਂ ਪਾ ਲਓ। ਇਸਤਰੀ ਤੇ ਖਾਲਸਾ ਬਾਰ ਨਹੀਂ ਕਰਦਾ। ਉਹਨਾਂ ਸਾਰਿਆਂ ਨੇ ਸਲਵਾਰਾਂ ਪਹਿਨ ਕੇ ਜ਼ਿੰਦਗੀ ਦੀ ਭੀਖ ਮੰਗ ਕੇ, ਜਿਹੜੀਆਂ ਅੱਜ ਤੱਕ ਸਲਵਾਰਾਂ ਨਹੀਂ ਨਿਕਲੀਆਂ, ਉਹਨਾਂ ਦੇ ਪਾਈਆਂ ਹੋਈਆਂ, ਇਹ ਖਾਲਸੇ ਦੀਆਂ ਪਾਈਆਂ ਹੋਈਆਂ ਨੇ। ਉਹਨਾਂ ਦੇ ਲਈ ਸਾਡਿਆਂ ਨੇ ਪਾ ਲਈ ਜਿਹੜੇ ਉੱਧਰ ਰਹਿੰਦੇ ਸੀ। ਸਲਵਾਰ ਬੀਬੀਆਂ ਦਾ ਬਸਤਰ ਹੈ, ਕੋਈ ਬੰਦਿਆਂ ਦਾ ਨਹੀਂ। ਕਹਿਣ ਤੋਂ ਭਾਵ ਵੀ ਸ਼ੇਰੇ ਪੰਜਾਬ ਦੇ ਜਰਨੈਲਾਂ ਦੀ ਵੀ ਐਡੀ ਵੱਡੀ ਤਾਂਘ ਸੀ। ਤੇ ਸਮਾਂ ਆਇਆ, ਕਾਬਲ ਦਾ ਬਾਦਸ਼ਾਹ ਮੁਹੰਮਦ ਅਜ਼ੀਮ, ਤੇ ਉਹ ਅਫਗਾਨੀ ਪਠਾਨਾਂ ਨੂੰ ਮਿਲ ਕੇ ਪਿਸ਼ਾਵਰ ਤੇ ਆ ਕੇ ਕਬਜ਼ਾ ਕਰ ਲਿਆ। ਤੇ ਪਿਸ਼ਾਵਰ ਸੀ ਸਿੱਖਾਂ ਦੀ, ਉਹਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ। ਉਹਨਾਂ ਨੇ ਆਪਣੇ ਸਪੁੱਤਰ ਸ਼ੇਰ ਸਿੰਘ ਨੂੰ ਕਬਜ਼ਾ ਛਡਾਉਣ ਲਈ ਫੌਜ ਦੇ ਕੇ ਭੇਜਿਆ। ਤੇ ਉਹ ਪਹਾੜੀ ਹੋਣ ਕਰਕੇ ਉਹ ਆਪਣੀ ਸੇਫ ਜਗ੍ਹਾ ਦੇ ਵਿੱਚ ਸੀ, ਤੇ ਮੋਰਚਾ ਜਿੱਤ ਨਹੀਂ ਸਕਿਆ ਸ਼ੇਰ ਸਿੰਘ। ਬੜਾ ਯਤਨ ਕੀਤਾ ਤੇ ਉਹ ਜਿੱਤ ਨਾ ਸਕਿਆ। ਸੁਨੇਹਾ ਭੇਜਿਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਲਾਹੌਰ ਕਿ ਜੀ ਉਹ ਆਕੀ ਹੋ ਗਏ ਨੇ, ਪਹਾੜੀ ਦਾ ਇਸ ਤਰ੍ਹਾਂ ਦਾ ਕਿਲਾ ਬਣਾਇਆ ਉਹਨਾਂ ਨੇ, ਇੱਕ ਕਿਸਮ ਦਾ, ਉਹਦੇ ਤੇ ਵੀ ਸਾਡਾ ਯਤਨ ਨਹੀਂ ਚੱਲਿਆ, ਹੁਣ ਸਹਾਇਤਾ ਦੀ ਲੋੜ ਹੈ। ਸ਼ੇਰੇ ਪੰਜਾਬ ਦੇ ਵੀਰ ਰਸ ਜਾਗਿਆ, ਕਹਿੰਦਾ ਵੀ ਹੁਣ ਹੋਰ ਨਹੀਂ ਭੇਜਣਾ ਕਿਸੇ। ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਲਏ ਨਾਲ, ਹਰੀ ਸਿੰਘ ਨਲੂਏ ਵਰਗੇ ਲਏ ਨਾਲ। ਉਸ ਵੇਲੇ ਕੁਦਰਤੀ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ, ਉਹ ਵੀ ਆਏ ਹੋਏ ਸੀ, ਕਹਿੰਦੇ ਮੈਂ ਵੀ ਨਾਲ ਚੱਲੂ। ਖਾਲਸੇ ਦੇ ਅੱਗੇ ਕੋਈ ਇਹਦੇ ਬੰਦਗੀ ਵਾਲੇ, ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ, ਉਹ ਨਾ ਜਿਨ੍ਹਾਂ ਨੂੰ ਬਾਬਾ ਸਾਹਿਬ ਸਿੰਘ ਜਥੇਦਾਰ ਲੱਗੇ ਸੀ ਪੰਜਾਂ ਪਿਆਰਿਆਂ। ਜਦੋਂ ਅੰਮ੍ਰਿਤ ਤਿਆਰ ਕੀਤਾ, ਬਾਬਾ ਸਾਹਿਬ ਸਿੰਘ ਬੇਦੀ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵਚਨਾਂ ਨਾਲ ਪੈਦਾ ਹੋਏ ਸੀ, ਵੀ ਕਾਠ ਦੀਆਂ ਤੋਪਾਂ ਚਲਾਉਣ ਵਾਲਾ ਹੋ। ਤੇ ਬਾਬਾ ਸਾਹਿਬ ਸਿੰਘ ਬੇਦੀ, ਉਹਨਾਂ ਨੇ ਅੰਮ੍ਰਿਤ ਛਕਾਇਆ ਸੀ। ਬਾਬਾ ਵੀਰ ਸਿੰਘ ਉਹਨਾਂ ਤੋਂ ਭਰੋਸਾ ਆਏ ਸੀ, ਤੇ ਬਾਬਾ ਵੀਰ ਸਿੰਘ ਬਹੁਤ ਸਤਿਕਾਰ ਸੀ, ਹਾਥੀ ਦੇ ਉੱਤੇ ਬਿਠਾਏ। ਅਰਦਾਸ ਕੀਤੀ ਅਕਾਲੀ ਫੂਲਾ ਸਿੰਘ ਸਾਹਿਬ ਨੇ। ਅਰਦਾਸ ਕਰਕੇ ਜਦੋਂ ਚਾਲੇ ਮਾਰ ਦਿੱਤੇ,
ਤਾਂ ਫੌਜਾਂ ਠਹਿਰ ਗਈਆਂ। ਅਕਾਲੀ ਫੂਲਾ ਸਿੰਘ ਪਿੱਛੇ ਸੀ, ਬਾਬਾ ਵੀਰ ਸਿੰਘ ਪਿੱਛੇ, ਫੌਜਾਂ ਜਾ ਰਹੀਆਂ, ਕੋਈ ਵਿਚਕਾਰ ਹੈ, ਕੋਈ ਇੱਧਰ ਹੈ। ਸ਼ੇਰੇ ਪੰਜਾਬ ਨੇ ਜਦੋਂ ਦੇਖਿਆ, ਕਹਿੰਦਾ ਵੀ ਸਿੰਘੋ ਅਟਕ ਨੂੰ ਅਟਕ ਹੈ, ਮਤਲਬ ਅਟਕ ਦਰਿਆ ਨੇ, ਅਟਕ ਦਰਿਆ ਆ ਗਿਆ ਵਿਚਾਲੇ, ਕਹਿੰਦੇ ਇਹਨੇ ਰੋਕ ਦਿੱਤਾ ਆਪਾਂ ਨੂੰ। ਸ਼ੇਰੇ ਪੰਜਾਬ ਦੇ ਚਿਹਰੇ ਤੇ ਕਦੇ ਨਿਰਾਸ਼ਤਾ ਨਹੀਂ ਸੀ ਆਈ ਜ਼ਿੰਦਗੀ 'ਚ, ਇਤਿਹਾਸਕਾਰ ਕਹਿੰਦੇ ਨੇ। ਪਰ ਇਹ ਮੁਸ਼ਕਲ ਦੇਖ ਕੇ ਵੀ ਮੈਂ ਸਹਾਇਤਾ ਕਰਨ ਵਾਸਤੇ ਸਿੱਖਾਂ ਦੀ ਪਹੁੰਚ ਨਹੀਂ ਸਕੂੰਗਾ, ਦਰਿਆ ਨੇ ਰੋਕ ਲਿਆ। ਜਿਵੇਂ ਸਰਸੇ ਨੇ ਰਸਤਾ ਰੋਕਿਆ ਗੁਰੂ ਗੋਬਿੰਦ ਸਿੰਘ ਦਾ, ਕਿ ਅੱਜ ਸਰਸੇ ਦੀ ਨਿਆਈ ਅੱਜ ਅਟਕ ਦਰਿਆ ਨੇ ਵੀ ਖਾਲਸੇ ਨਾਲ ਹੁਕਮ ਕੀਤਾ। ਅਕਾਲੀ ਫੂਲਾ ਸਿੰਘ ਜੀ ਆਏ, ਬਾਬਾ ਵੀਰ ਸਿੰਘ ਜੀ ਆਏ। ਸ਼ੇਰੇ ਪੰਜਾਬ ਦਾ ਚਿਹਰੇ ਦੇਖ ਕੇ ਕਹਿੰਦੇ, ਸ਼ੇਰੇ ਪੰਜਾਬ ਕੀ ਗੱਲ, ਖਾਲਸਾ ਤਾਂ ਚੜ੍ਹਦੀ ਕਲਾ 'ਚ ਰਹਿੰਦਾ, ਤੈਨੂੰ ਕੀ ਹੋ ਗਿਆ? ਕਹਿੰਦੇ ਬਾਬਾ ਜੀ ਅਟਕ ਨੇ ਅਟਕ ਪਾ ਦਿੱਤੀ। ਕਹਿੰਦੇ ਅਟਕ ਦੀ ਅਟਕ ਹੋਊਗੀ ਅਟਕਣ ਵਾਲਿਆਂ ਵਾਸਤੇ, ਖਾਲਸਾ ਨਹੀਂ ਅਟਕਦਾ, ਅਟਕ ਹੋਊਗੀ ਅਟਕ ਵਾਲਿਆਂ ਵਾਸਤੇ। ਉਹ ਕਹਿੰਦਾ, ਸ਼ੇਰੇ ਪੰਜਾਬ ਕਹਿੰਦਾ ਬਾਬਾ ਜੀ ਨੁਕਸਾਨ ਹੋ ਜੂ, ਉੱਥੇ ਤਾਂ ਥੋੜਿਆਂ ਦਾ, ਇੱਥੇ ਤਾਂ ਫੌਜ ਰੁੜ ਜੂ ਸਾਰੀ। ਅਕਾਲੀ ਫੂਲਾ ਸਿੰਘ ਜੀ ਕਹਿੰਦੇ ਸ਼ੇਰੇ ਪੰਜਾਬ, ਤੇ ਮੈਨੂੰ ਅਰਦਾਸ ਤੇ ਵਿਸ਼ਵਾਸ ਹੈ, ਅਰਦਾਸ ਕੀਤੀ ਹੈ, ਰੁਕ ਨਹੀਂ ਸਕਦਾ। ਤੂੰ ਰਾਜਨੀਤਿਕ ਬੰਦਾ ਹੈ, ਤੈਨੂੰ ਅਰਦਾਸ ਦੇ ਉੱਤੇ ਯਕੀਨ ਨਹੀਂ ਹੈ। ਇਹ ਗੱਲ ਸੁਣਦਿਆਂ ਬਾਬਾ ਵੀਰ ਸਿੰਘ ਦੇ ਚਿਹਰੇ ਵੱਲ ਵੇਖਿਆ ਸ਼ੇਰੇ ਪੰਜਾਬ ਨੇ ਕਿ ਬਾਬਾ ਜੀ ਤੁਸੀਂ ਉਹ ਕੁਛ ਕਰੋ। ਬਾਬਾ ਵੀਰ ਸਿੰਘ ਕਹਿੰਦੇ ਠਹਿਰ ਜਾ, ਮੈਂ ਜਾਊਂਗਾ ਪਹਿਲਾਂ ਦਰਿਆ ਦੇ ਅੰਦਰ। ਹਾਥੀ ਵੱਡਾ ਹੁੰਦਾ ਹੈ, ਇਸ ਕਰਕੇ ਦਰਿਆ ਦੇ ਵਿੱਚ ਰੁਕਦਾ ਨਹੀਂ ਨਾ, ਬਾਕੀ ਦੇ ਹੋ ਜਾਏ। ਹਾਥੀ ਲਿਜਾ ਕੇ ਦਰਿਆ ਦੇ ਐਨ ਵਿਚਕਾਰ ਖੜਾ ਕਰ ਦਿੱਤਾ ਬਾਬਾ ਵੀਰ ਸਿੰਘ ਜੀ ਨੇ, ਤੇ ਆਵਾਜ਼ ਦੇ ਕੇ ਕਿਹਾ, ਕਹਿੰਦਾ ਕੰਨ ਖੋਲ ਕੇ ਧਿਆਨ ਨਾਲ ਸੁਣ ਲਓ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਅੰਮ੍ਰਿਤਪਾਨ ਕੀਤਾ, ਤੁਸੀਂ ਕੀਤਾ। ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਤੁਸੀਂ ਵੀ ਗੁਰੂ ਨਾਨਕ ਦੇ ਸਿੱਖ ਹੋ। ਮੈਂ ਬਾਣੀ ਦਾ ਪਾਠ ਸ਼ੁਰੂ ਕਰਨ ਲੱਗਿਆ, ਵਿਚਾਲੇ ਬੋਲ ਨਹੀਂ ਸਕਣਾ। ਸੁਖਮਨੀ ਸਾਹਿਬ ਦਾ ਪਾਠ ਕਰਾਂਗਾ। ਸੁਖਮਨੀ ਸਾਹਿਬ ਦਾ ਪਾਠ ਕਰਦੇ ਕਰਦੇ ਕੋਈ ਸਿਪਾਹੀ ਬਾਕੀ ਨਾ ਰਹੇ, ਲੰਘ ਜਿਓ। ਤੇ ਸੁਖਮਨੀ ਸਾਹਿਬ ਦਾ ਪਾਠ ਇਹ ਦਰਿਆ ਦਾ ਇਲਾਜ ਕਰੂਗਾ। ਹੁਣ ਅਟਕ ਚੱਕੂਗੀ, ਬਾਣੀ ਚੱਕੂਗੀ, ਅਟਕ ਨਾਮ ਚੱਕੂਗਾ। ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹਾਂ ਜਿਨ੍ਹਾਂ ਨੇ ਕਿਹਾ ਸੁਣਿਆ ਹਾਥ ਹੋਵੇ ਅਸਕਾ ਹੋ। ਤੇ ਸੁਖਮਨੀ ਸਾਹਿਬ ਦਾ ਪਾਠ ਉੱਚੀ ਦੀ ਆਵਾਜ਼ ਦੇ ਨਾਲ ਸ਼ੁਰੂ ਕੀਤਾ। ਗੁਰੂ ਨਾਨਕ ਨੇ ਪੈਜ ਰੱਖੀ ਤੇ ਪਾਣੀ ਜਿਹੜਾ ਸੀ ਹੱਥ ਭਰ ਹੋ ਗਿਆ, ਦਰਿਆ ਦਾ ਵਹਾਅ ਰੁਕ ਗਿਆ। ਫੌਜਾਂ ਲੰਘਣੀਆਂ ਸ਼ੁਰੂ ਹੋਈਆਂ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਪਹੁੰਚ ਗਈਆਂ। ਉਸ ਵੇਲੇ ਦੀ ਇਹ ਸਾਰੀ ਜਿਹੜੀ ਘਟਨਾ ਹੈ, ਤੇ ਉਹਨਾਂ ਦਾ ਰਾਜੇ ਨਰਿੰਦਰ ਸਿੰਘ ਦੇ ਖਾਨਦਾਨ ਦੇ ਵਿੱਚ ਇੱਕ ਫੋਟੋ ਹੈ ਉਸ ਵੇਲੇ ਦੀ, ਜਿਹੜੀ ਉੱਥੇ ਖੜਿਆਂ ਦੀ ਚਤੇਰੇ ਨੇ ਹੱਥ ਨਾਲ ਲਾਈ। ਇਹ ਬੜਾ ਗੁਣ ਸੀ, ਅੱਗੇ ਹੱਥ ਨਾਲ ਫੋਟੋ ਬਣਾ ਦਿੰਦੇ ਸੀ। ਹਾਥੀ ਦੇ ਉੱਤੇ ਬਾਬਾ ਵੀਰ ਸਿੰਘ ਜੀ ਬਾਣੀ ਪੜ੍ਹ ਰਹੇ ਨੇ, ਸ਼ੇਰੇ ਪੰਜਾਬ ਦਾ ਘੋੜਾ ਕੋਲ ਖੜਾ ਤੇ ਉਹ ਘੋੜੇ ਤੇ ਖੜਾ ਤੇ ਫੌਜਾਂ ਲੰਘ ਰਹੀਆਂ। ਇਹ ਚਿੱਤਰ ਹੈ ਉਸ ਵੇਲੇ ਦਾ, ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਜਿਹਨੂੰ ਕਹਿ ਸਕਦੇ ਹਾਂ। ਸਬੂਤ ਹੈ ਜੇ ਕੋਈ ਕਹੇ ਵੀ ਐਵੇਂ ਕਲਪਤ ਗੱਲਾਂ ਬਣਾਈਆਂ। ਮੁਸਲਮਾਨ ਫੌਜ ਦੇ ਵਿੱਚ ਸੀ ਤੇ ਉਹਨਾਂ ਦਾ ਇੱਕ ਦਸਤਾ ਜਿਹਦੇ ਜੇ 200 ਸਿਪਾਹੀ ਸੀ। 200 ਸਿਪਾਹੀ ਦੇ ਸਰਦਾਰ 'ਚ ਉਹਨਾਂ ਨੇ ਵਿਸ਼ਵਾਸ ਨਹੀਂ ਕਰਿਆ। ਲੰਘਦੇ ਵੀ ਦੇਖ ਲਏ, ਢਿੱਲ ਐਨੀ ਕੀਤੀ ਵੀ ਚਲੋ ਲੰਘ ਜਾਂਦੇ ਆ। ਕੌਲ ਜਿਹਨੂੰ ਕਹਿੰਦੇ, ਆਲਸ ਜਿਹਨੂੰ ਕਹਿੰਦੇ। ਉਧਰ ਸੁਖਮਨੀ ਸਾਹਿਬ ਸਮਾਪਤ ਹੋ ਗਿਆ। ਬਾਬਾ ਜੀ ਨੇ ਹਾਥੀ ਆਪਣਾ ਕੱਢ ਕੇ ਕਿਨਾਰੇ ਤੇ ਲੈ ਗਏ। ਉਹ ਜਦੋਂ 200 ਸਿਪਾਹੀ ਬੜਿਆ ਤੇ ਪਾਣੀ ਲੈ ਗਿਆ 200 ਨੂੰ ਰੋੜ ਕੇ। ਮਹਾਰਾਜਾ ਰਣਜੀਤ ਸਿੰਘ ਕਲਪਿਆ, ਕਹਿੰਦਾ ਬਾਬਾ ਜੀ ਸਿਪਾਹੀ ਰੁੜ ਗਏ। ਕਹਿੰਦੇ ਸ਼ੇਰੇ ਪੰਜਾਬ ਜ਼ਬਾਨ ਬੰਦ ਕਰ। ਵਿਸ਼ਵਾਸ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ, ਇਹ ਬੇਸਿਦਕੇ ਸੀ ਜਿਹੜੇ ਡੁੱਬੇ ਨੇ। ਕਹਿੰਦੇ ਨਾਲੇ ਕੋਈ ਨਹੀਂ, ਦਰਿਆ ਨੇ ਇੰਨੀ ਕੁ ਤਾਂ ਭੇਟਾ ਲੈਣੀ ਹੋ ਸੀ। ਬਾਬਾ ਜੀ ਕਹਿ ਕੇ ਅੱਗੇ ਨੂੰ ਚੱਲ ਜਾ ਕੇ ਮੋਰਚਾ ਫਤਿਹ ਕੀਤਾ। ਇਸ ਕਰਕੇ ਕਿਹਾ ਸੁਣਿਆ ਹਾਥ ਹੋਵੇ ਅਸਗਾਹ। ਤੋ ਇਸ ਕਰਕੇ ਇਹ ਸਾਰੀ ਜਿਹੜੀ ਘਟਨਾ
13 ਮਾਰਚ ਸਨ 1823 ਦੀ ਇਹ ਘਟਨਾ ਹੈ। 13 ਮਾਰਚ ਸੀ ਉਹ ਦਿਨ ਜਦੋਂ ਇਹ ਘਟਨਾ ਵਾਪਰਦੀ ਹੈ। ਇਹ ਸਾਡਾ ਇਤਿਹਾਸ ਹੈ। ਹੁਣ ਤੁਸੀਂ ਹਨੂਮਾਨ ਦੀ ਕਹਾਣੀ ਵੀ ਸੁਣ ਲਈ ਤੇ 2 ਗੁਰਸਿੱਖਾਂ ਦੀ ਵੀ ਸੁਣ ਲਈ। ਮੈਂ ਹਨੂਮਾਨ ਜੀ ਨੂੰ ਕੋਈ, ਉਹ ਵੀ ਪਰਮ ਭਗਤ ਹੈ ਰਾਮ ਜੀ ਦਾ, ਮੈਂ ਨੀਵਾਂ ਨਹੀਂ ਦਿਖਾਉਂਦਾ, ਪਰ ਗੁਰਸਿੱਖ ਵੀ ਹਨੂਮਾਨ ਦੇ ਨਾਲੋਂ ਕੋਈ ਘੱਟ ਨਹੀਂ ਹਨ। ਉਹਨਾਂ ਦੇ ਕਰਤੱਵ ਵੀ ਕੋਈ ਘੱਟ ਨਹੀਂ ਹੈ। ਸੁਣਿਆ ਹਾਥ ਹੋਵੇ ਸਵਾ। ਇਹਦੇ ਉੱਤੇ ਇੱਕ ਹੋਰ ਵਿਚਾਰ ਵੀ ਹੈ। ਇਹ ਤਾਂ ਅਸੀਂ 2 ਇਤਿਹਾਸਕ ਘਟਨਾ, ਇੱਕ ਤ੍ਰੇਤੇ ਦੀ ਤੇ 2 ਗੁਰ ਇਤਿਹਾਸ ਦੇ ਵਿੱਚੋਂ ਭਾਈ ਗੁਰਦਾਸ ਦੀ ਤੇ ਸ਼ੇਰੇ ਪੰਜਾਬ ਦੀ। ਇੱਕ ਗੁਜਰੀ ਸੀ, ਗੁੱਜਰ ਲੋਕ ਦੁੱਧ ਵੇਚਣ ਦਾ ਕੰਮ। ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਗੁੱਜਰ ਲੋਕਾਂ ਦੇ ਕੋਲ 100 ਮੱਝਾਂ, 50 ਮੱਝਾਂ ਇੱਕ ਥਾਂ ਤੇ ਪੜਾ ਬਣਾ ਕੇ ਦੁੱਧ ਵੇਚਦੇ ਆ। ਪਰ ਸਾਵਧਾਨ ਰਹਿਣ ਦੀ ਲੋੜ ਹੈ। ਇਹਨਾਂ ਦੇ 'ਚ ਇੱਕ ਮਲੀਨਤਾ ਬਹੁਤ ਵੱਡੀ ਹੈ। ਇਹ ਜਿਸ ਵੇਲੇ ਵੀ ਧਾਰ ਚੋਂਦੇ ਆ ਗਾਂ ਮੱਝ ਦੀ, ਉਹ ਹੱਥਾਂ ਨੂੰ ਥੁੱਕ ਲਾ ਕੇ ਫੇਰ ਉਹ ਝੂਠਾ ਦੁੱਧ ਕਰਕੇ ਪਿਆਉਂਦੇ ਆ। ਲੋਕਾਂ ਨੂੰ ਪਤਾ ਨਹੀਂ, ਲੋਕ ਇਹ ਜਿਹੇ ਜਿਹੜੇ ਉਹੀ ਪੀ ਜਾਂਦੇ ਨੇ। ਸਾਵਧਾਨ ਰਹਿਣਾ ਚਾਹੀਏ। ਉਹ ਗੁਜਰੀ ਸੀ, ਦੁੱਧ ਵੇਚਣ ਜਾਇਆ ਕਰਦੀ ਸੀ। ਰਸਤੇ 'ਚ ਪੈਂਦਾ ਸੀ ਦਰਿਆ। ਪੁਲ ਜਿਹੜਾ ਸੀ ਬਹੁਤ ਦੂਰ ਸੀ। ਆਪਣੇ ਨਗਰ ਤੋਂ ਚੱਲ ਕੇ ਕਈ ਕੋਹਾਂ ਤੁਰ ਕੇ ਪੁਲ ਲੰਘ ਕੇ ਮੁੜ ਕੇ ਫੇਰ ਆਉਣਾ, ਬੜੀ ਦੂਰ ਤੱਕ ਉਹਨੂੰ ਜਾਣਾ ਪੈਂਦਾ ਸੀ। ਪਰ ਪੁਰਾਣੇ ਸਮੇਂ ਦੇ ਅੰਦਰ ਐਡੇ ਬਲਵਾਨ ਸਰੀਰ ਹੋਇਆ ਕਰਦੇ ਸੀ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਐਂ ਲੱਗਦਾ ਹੈ ਵੀ ਜਿਵੇਂ ਕਿ ਅਤਕਥਨੀ ਹੁੰਦੀ ਹੈ। ਐਡੇ ਬਲਵਾਨ ਸਰੀਰ ਹੁੰਦੇ ਸੀ। ਉਹ ਚੱਲ ਕੇ ਗੁਜ਼ਰੀ ਜਾ ਰਹੀ ਹੈ ਤਾਂ ਰਸਤੇ ਦੇ ਵਿੱਚ ਕੀ ਦੇਖਿਆ, ਇੱਕ ਪੰਡਤ ਧਰਮਸਾਲ ਵਿੱਚ ਕਥਾ ਕਰਦਾ ਹੈ। ਬਾਰਿਸ਼ ਪੈਂਦੀ ਸੀ। ਗੁਜਰੀ ਨੇ ਕਿਹਾ ਵੀ ਨਾਲੇ ਕੱਪੜੇ ਭਿੱਜਣ ਤੋਂ ਬਚਣਗੇ, ਚਲੋ ਰੱਬ ਦਾ ਨਾਮ ਸੁਣ ਲੈਣੇ। ਉਹ ਕਥਾ ਸੁਣਨ ਲੱਗੀ। ਪੰਡਤ ਜੀ ਕਥਾ ਕਰ ਰਹੇ ਨੇ, ਕਹਿੰਦੇ ਵੀ ਨਾਮ ਦੀ ਇਤਨੀ ਵੱਡੀ ਸ਼ਕਤੀ ਹੈ ਕਿ ਸੰਸਾਰ ਸਮੁੰਦਰ ਤੋਂ ਵੀ ਪਾਰ ਕਰ ਦਿੰਦਾ ਹੈ। ਤੇ ਸੰਸਾਰ ਸਮੁੰਦਰ ਕਿੱਡਾ ਵੱਡਾ ਹੈ। ਬਹਿ ਤਰਨੀਆਂ ਨਦੀਆਂ ਆਉਂਦੀਆਂ ਨੇ ਪਰਲੋਕ ਦੇ ਰਸਤੇ, ਉਹਨਾਂ ਨੂੰ ਜੀਵ ਨਾਮ ਦੇ ਆਸਰੇ ਪਾਰ ਕਰ ਜਾਂਦਾ ਹੈ। ਗੁਜਰੀ ਸੁਣਦੀ ਰਹੀ। ਉਹ ਕਥਾ ਸੁਣਦੀ, ਰੋਜ਼ ਕਥਾ ਆ ਕੇ ਸੁਣਦੀ। ਕਦੇ ਕਦਾਹੀਂ ਪੰਡਤ ਫੇਰ ਕਹਿੰਦਾ, ਗੁਰਬਾਣੀ 'ਚ ਵੀ ਲਿਖਿਆ, ਨਦੀ ਤਨੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ ਤੈਸਾ ਚਰਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਨਾਮ ਬੇੜੀ ਹੈ। ਗੁਜਰੀ ਨੇ ਇੱਕ ਦਿਨ ਸੋਚਿਆ ਵੀ ਕਥਾ ਸੁਣੀ ਦਾ ਫਾਇਦਾ ਕੀ ਹੈ ਜੇ ਕਥਾ ਤੇ ਅਮਲ ਹੀ ਨਹੀਂ ਕਰਨਾ। ਪੰਡਤ ਜੀ ਕਹਿੰਦੇ ਨੇ ਕਿ ਨਾਮ ਦੀ ਐਡੀ ਬੜੀ ਸ਼ਕਤੀ ਹੈ ਕਿ ਨਾਮ ਸੁਣਨ ਵਾਲੇ, ਨਾਮ ਜਪਣ ਵਾਲੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਇਹ ਤਾਂ ਦਰਿਆ ਹੀ ਛੋਟਾ ਜਿਹਾ। ਚਲੋ ਸ਼ੇਰੇ ਪੰਜਾਬ ਦੀ, ਬਾਬਾ ਵੀਰ ਸਿੰਘ ਦੀ ਤੇ ਅਕਾਲੀ ਫੂਲਾ ਸਿੰਘ ਦੀ ਆਪਾਂ ਇਹ ਕਹਿ ਸਕਦੇ ਹਾਂ, ਉਹ ਤਾਂ ਬਹੁਤ ਨਾਮ ਬਾਣੀ ਵਾਲੇ ਤਤਵੇ ਤੇ ਬ੍ਰਹਮ ਗਿਆਨੀ ਸੀ। ਇਹ ਤਾਂ ਇੱਕ ਸਧਾਰਨ ਔਰਤ ਹੈ। ਕੋਈ ਜਪ ਨਹੀਂ, ਕੋਈ ਤਪ ਨਹੀਂ, ਕੇਵਲ ਕਥਾ ਸੁਣਦੀ ਹੈ ਰੋਜ਼। ਤੇ ਸੁਣਦਿਆਂ ਸੁਣਦਿਆਂ ਸੰਸਕਾਰ ਹੋ ਗਿਆ। ਮਨ ਦੇ ਸੋਚਿਆ, ਮਨਾ ਇੰਨੀਆਂ ਕੋਹਾਂ ਤੁਰ ਕੇ ਤੂੰ ਜਾਣੀ ਹੈ, ਕਥਾ ਸੁਣੇ ਦਾ ਕੀ ਫਾਇਦਾ ਹੋਇਆ? ਵੀ ਆਹ ਦਰਿਆ ਜਿਹੜਾ ਇਹ ਤਾਂ ਛੋਟਾ ਜਿਹਾ ਹੀ ਹੈ। ਉਹ ਰਾਮ ਨਾਮ ਦਾ ਜਾਪ ਕਰਦੀ ਹੋਏ ਪਾਣੀ ਦੇ ਉੱਤੇ ਦੀ ਐਨ ਲੰਘ ਗਈ, ਸਿੱਧੀ ਪ੍ਰਾਪਤ ਹੋ ਗਈ। ਪਰਮਾਤਮਾ ਨੇ ਡੁੱਬਣ ਨਹੀਂ ਦਿੱਤੀ, ਦਰਿਆ ਪਾਰ ਕਰ ਗਈ। ਆਉਣ ਲੱਗੇ ਫੇਰ ਰਾਮ ਨਾਮ ਜਪਦੇ, ਜਾਣ ਲੱਗੇ ਫੇਰ ਰਾਮ ਨਾਮ ਜਪਦੇ। ਉਹਦਾ ਤਾਂ ਮਾਰਗ ਤੈਅ ਹੋ ਗਿਆ। ਜਿੱਥੇ ਕਈ ਘੰਟੇ ਲੱਗਦੇ ਸੀ ਉਹ ਥੋੜੇ ਚਿਰ ਦੇ ਵਿੱਚ ਮੁੜ ਆਉਂਦੀ ਹੈ, ਮੁੜ ਕੇ ਆਪਣੇ ਬੱਚੇ ਸਾਂਭਦੀ ਹੈ, ਕਾਰੋਬਾਰ ਕਰਦੀ ਹੈ ਤੇ ਨਾਮ ਦੇ ਵਿੱਚ ਲਿਵ ਜਿਹੜੀ ਹੈ ਉਹ ਪਰਪੱਕ ਹੋ। ਹੁਣ ਐਡਾ ਵੱਡਾ ਨਿਸ਼ਚਾ ਦੇਖ ਕੇ ਕਿ ਪਾਣੀ ਦੇ ਉੱਤੇ ਤੁਰਨਾ ਛੋਟੀ ਜੀ ਬਾਤ ਨਹੀਂ। ਸਾਚੀ ਲਿਵ ਲਾਗੀ ਹੈ ਭੀਤਰ, ਉਹਦੇ ਅੰਦਰ ਲਿਵ, ਕੋਈ ਪੂਰਬਲੇ ਜਨਮ ਦੇ ਕਰਮ ਵੀ ਤਕੜੇ ਸੀ ਗੁਜਰੀ ਦੇ, ਅਵਸਥਾ ਬਣ ਗਈ ਨਾਮ ਦੀ। ਸਾਚੀ ਲਿਵੈ ਬਨ ਦੇਹ ਨਿਮਾਣੀ, ਦੇਹ ਨਿਮਾਣੀਆਂ ਲਿਵ ਤੋ ਬਜੋ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰੂ ਸਿਉ ਮਨ ਮਾਨਿਆ। ਤੇ ਉਸ ਵੇਲੇ ਇਹਨੇ ਸੋਚਿਆ ਵੀ ਦੇਖੋ, ਅਕਿਰਤ ਕਾਂਡ ਨਹੀਂ ਬਣਨਾ ਚਾਹੀਦਾ। ਮੇਰੀ ਐਡੀ ਬੜੀ ਮੁਸ਼ਕਲ ਜਿਹੜੀ ਹੈ ਉਹ ਪੰਡਤ ਜੀ ਦੇ ਕਥਾ ਸੁਣਨ ਕਰਕੇ, ਮੈਂ ਇਹਦੇ ਕੋਲੋਂ ਕਥਾ ਹੀ ਸੁਣੀ ਹੈ ਵੀ ਇਹ ਮੇਰਾ ਗੁਰੂ ਹੈ, ਮੇਰਾ ਮੁਰਸ਼ਿਦ ਹੈ, ਮੈਂ ਇਹਨੂੰ ਕਮ ਸੇ ਕਮ ਇਹਦਾ ਸਨਮਾਨ ਕਰਾਂ।
ਰੁੱਖਾ ਮਿੱਸਾ ਜਿਹਾ ਜਿਹਾ ਮੇਰੇ ਘਰ ਪ੍ਰਸ਼ਾਦ ਹੈ, ਮੈਂ ਰੋਟੀ ਖਵਾਵਾਂ, ਮੈਂ ਬਸਤਰ ਦਿਆਂ, ਮੈਂ ਮਾਇਆ ਦਿਆਂ, ਕਿਨੇ ਐਡਾ ਬੜਾ ਮੇਰਾ ਮਸਲਾ ਹੀ ਹੱਲ ਕਰ ਦਿੱਤਾ ਹੈ। ਪੰਡਤ ਤਾਂ ਖਬਰ ਹੈ ਕਿੰਨਾ ਪਹੁੰਚਿਆ ਹੋਊ, ਮੈਂ ਤਾਂ ਕਥਾ ਸੁਣਨ ਵਾਲੀ ਹਾਂ, ਤਾਂ ਕਥਾ ਸੁਣਾਉਂਗਾ। ਤੇ ਪੰਡਤ ਜੀ ਨੂੰ ਹੱਥ ਬੰਨ੍ਹ ਕੇ ਕਹਿਣ ਲੱਗੀ, ਇਹ ਪੰਡਤ ਜੀ ਵੀ ਮੈਂ ਤੁਹਾਡੀ ਕਥਾ ਸੁਣ ਕੇ ਬੜੀ ਆਨੰਦਿਤ ਹੋਈ ਹਾਂ, ਮੈਨੂੰ ਬਹੁਤ ਕੁਝ ਮਿਲਿਆ। ਦੱਸਿਆ ਨਹੀਂ ਵੀ ਕੀ ਮਿਲਿਆ, ਵੀ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ। ਹੁਣ ਨਿਉਂਦਾ ਛਕਣ ਵਾਸਤੇ ਬ੍ਰਾਹਮਣ ਤਾਂ ਪਹਿਲਾਂ ਹੀ ਤਿਆਰ ਰਹਿੰਦੇ ਸੀ। ਤੇ ਉਹ ਕਹਿਣ ਲੱਗੇ ਕੋਈ ਨਹੀਂ ਬੀਬੀ, ਟਾਈਮ ਦੇ ਦਿੱਤਾ। ਤੇ ਗੁਜਰੀ ਨੇ ਘਰ ਆਪਣਾ ਸਾਰਾ ਸਮੱਗਰੀ ਤਿਆਰ ਕੀਤੀ, ਪੰਡਤ ਜੀ ਨੂੰ ਲੈਣ ਵਾਸਤੇ ਆਈ। ਕਹਿੰਦੀ ਪੰਡਤ ਜੀ ਚਲੋ। ਤੇ ਗੁਜਰੀ ਤੁਰੀ ਜਾਂਦੀ ਹੈ, ਪੰਡਤ ਜੀ ਮੂਹਰੇ ਤੁਰੇ ਜਾਂਦੇ ਨੇ। ਜਦੋਂ ਆਏ ਦਰਿਆ ਦੇ ਕਿਨਾਰੇ ਤੇ ਪੰਡਤ ਕਿਸ਼ਤੀ ਵਾਲੇ ਪਾਸੇ ਨੂੰ ਜਾਵੇ ਜਿੱਧਰ ਕਿਸ਼ਤੀ ਖੜੀ ਸੀ। ਗੁਜਰੀ ਰੋਕ ਕੇ ਕਹਿੰਦੀ ਪੰਡਤ ਜੀ ਇੱਧਰ ਨੂੰ ਨਹੀਂ, ਇੱਧਰ ਨੂੰ ਆਓ। ਕਹਿੰਦੇ ਬੀਬੀ ਕਿੱਧਰ ਨੂੰ? ਕਹਿੰਦੇ ਐ ਸਿੱਧਾ, ਤੂੰ ਇੱਧਰ ਨੂੰ ਕੀ ਕਰਨ ਜਾਂਦਾ? ਕਹਿੰਦੇ ਕਿਸ਼ਤੀ ਤਾਂ ਉੱਧਰ ਖੜੀ ਹੈ। ਕਹਿੰਦੇ ਕਿਸ਼ਤੀ ਨਾਲ ਜਾਏਗਾ? ਕਹਿੰਦੇ ਹੋਰ ਕਾਹਦੇ ਨਾਲ ਜਾਊਂ? ਉਹ ਕਹਿੰਦੇ ਤੂੰ ਤਾਂ ਕਹਿੰਦਾ ਸੀ ਮੈਂ ਨਾਮ ਦੇ ਨਾਲ ਸਮੁੰਦਰ ਪਾਰ ਹੋ ਜਾਂਦੇ, ਤੂੰ ਹੁਣ ਕਿਸ਼ਤੀ ਕਾਹਦੇ ਲਈ ਲੱਭਦਾ? ਤੂੰ ਨਹੀਂ ਕਥਾ ਤੇ ਅਮਲ ਕਰਦਾ ਜਿਹੜੀ ਲੋਕਾਂ ਨੂੰ ਸੁਣਾਉਣਾ? ਉਹ ਕਹਿੰਦਾ ਬੀਬੀ ਇਹ ਕਿਸ ਤਰ੍ਹਾਂ, ਇਹ ਤਾਂ ਲੋਕਾਂ ਨੂੰ ਸੁਣਾਉਣ ਵਾਲੀਆਂ ਗੱਲਾਂ ਹੁੰਦੀਆਂ, ਐਂ ਥੋੜੀ ਆ ਦਰਿਆ 'ਚ ਡੁੱਬ ਕੇ ਮਰਨ ਵਾਸਤੇ। ਕਹਿੰਦੀ ਨਹੀਂ, ਮੇਰੇ ਪਿੱਛੇ ਆ। ਜੇ ਮੈਂ ਡੁੱਬ ਗਈ ਤੇ ਫਿਰ ਤਾਂ ਸਮਝ ਲਈ ਮੈਂ ਝੂਠੀ ਹਾਂ। ਤੇ ਨਾਮ ਦਾ ਪ੍ਰਤਾਪ ਹੈ, ਮੈਂ ਨਾਮ ਸੁਣਿਆ। ਤੇ ਗੁਜਰੀ ਕਹਿੰਦੀ ਮੈਂ ਮੂਹਰੇ ਤੁਰਦੀ ਹਾਂ, ਤੂੰ ਪਿੱਛੇ ਤੁਰ। ਜਦ ਸਾਧ ਸੰਗ ਜੀ ਉਹ ਗੁਜਰੀ ਲੱਗੀ ਮੂਹਰੇ ਮੂਹਰੇ ਤੁਰਨ, ਪੰਡਤ ਨੂੰ ਨਿਸ਼ਚਾ ਹੌਲੀ ਹੌਲੀ ਜਦੋਂ ਪੈਰ ਦਾ ਧੜਮ ਦੇ ਕੇ ਨਦੀ ਦੇ ਵਿੱਚ ਡੁੱਬਣ ਲੱਗਾ, ਮੱਠ ਨਸਾਂ ਕਿਨਾਰੇ ਲੱਗਿਆ ਜਾ ਕੇ। ਤੇ ਗੁਜਰੀ ਦੇਖ ਕੇ ਪਿੱਛੇ ਨੂੰ ਪੰਡਤ ਨੂੰ ਕਹਿਣ ਲੱਗੀ ਪੰਡਤ ਜੀ ਇਹ ਪੜ੍ਹਤਾ ਤੂੰ ਗਿਆ ਬਹੁਤ, ਪੜ੍ਹਦਾ ਪੜ੍ਹਦਾ ਪੜ੍ਹ ਗਿਆ, ਉਹ ਪੜ੍ਹ ਲਏ ਚਾਰੇ ਵੇਦ, ਉਹ ਨਿਸ਼ਚਾ ਮਨ ਨਾ ਆਇਓ, ਰਹਿਓ ਢੇਡ ਕਾ ਢੇਡ। ਢੇਡ ਸ਼ਬਦ ਬਹੁਤ ਮਾੜਾ ਸੀ, ਬ੍ਰਾਹਮਣ ਲੋਕ ਵਰਤਦੇ ਸੀ ਸ਼ੂਦਰਾਂ ਵਾਸਤੇ, ਅੱਜ ਬ੍ਰਾਹਮਣ ਦੇ ਉੱਤੇ ਵਰਤਿਆ ਗਿਆ। ਤੂੰ ਤਾਂ ਢੇਡ ਹੀ ਰਹਿ ਗਿਆ। ਰਾਮ ਨਾਮ ਕਹਿਤੀ ਭਈ ਗੂਜਰੀ ਪਾਰ, ਰਾਮ ਨਾਮ ਕਹਿੰਦੀ ਗੁਜਰੀ ਤਾਂ ਲੰਘ ਗਈ ਪਾਰ, ਤੇ ਬ੍ਰਾਹਮਣ ਦੇਵਤਾ ਜੀ ਗੋਤੇ ਖਾਣ ਲੱਗ ਗਏ। ਕਾਰਨ ਕੀ ਹੈ? ਸੁਣਿਆ ਹਾਥ ਹੋਵੇ ਸਗਾ, ਸਾਰਿਆਂ ਵਾਸਤੇ ਨਹੀਂ ਹੈ, ਨਿਸ਼ਚੈ ਵਾਲੇ ਵਾਸਤੇ। ਗੁਜਰੀ ਨੂੰ ਨਿਸ਼ਚੈ, ਉਹ ਪਾਰ ਹੋ ਗਈ। ਪੰਡਤ ਨੂੰ ਨਿਸ਼ਚਾ ਨਹੀਂ, ਉਹ ਡੁੱਬਣ ਲੱਗਾ। ਬਾਲੇ ਮਰਦਾਨੇ ਨੂੰ ਨਿਸ਼ਚੈ, ਗੁਰੂ ਨਾਨਕ ਦੇ ਨਾਲ ਸਮੁੰਦਰ ਪਾਰ ਹੋ ਗਏ। ਹਨੂਮਾਨ ਨੂੰ ਨਿਸ਼ਚੈ, ਉਹ ਸਮੁੰਦਰ ਪਾਰ ਹੋ ਗਏ ਛਲਾਂਗ ਮਾਰ ਕੇ। ਭਾਈ ਗੁਰਦਾਸ ਨੂੰ ਨਿਸ਼ਚੈ, ਸੰਗਤ ਸਮੇਤ ਪਾਰ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੂੰ ਨਿਸ਼ਚੈ, ਬਾਬਾ ਵੀਰ ਸਿੰਘ ਨੂੰ ਫੌਜਾਂ ਪਾਰ ਕਰਾ ਦਿੱਤੀਆਂ। ਬਰਕਤ ਕਿਸ ਦੀ? ਸੁਣਿਆ ਹਾਥ ਹੋਵੇ ਅਸਗਾਹੂ। ਉਹਨਾਂ ਨੇ ਇਹ ਸੰਸਾਰ ਸਮੁੰਦਰ ਦੇ ਵਿੱਚ ਦੀ ਬਾਤ ਹੀ ਕੀ ਹੈ? ਇਹ ਨਿਸ਼ਚਾ ਕਿੱਥੋਂ ਹੋਇਆ? ਨਾਮ ਦੀ ਮਹਿਮਾ ਸੁਣੀ, ਗੁਜਰੀ ਪਾਰ ਹੋ ਗਈ। ਸਾਰਿਆਂ ਨੇ ਜਿਨ੍ਹਾਂ ਨੇ ਸੁਣੀ, ਉਹ ਪ੍ਰਭੂ ਦਾ ਨਾਮ ਸੁਣਿਆ। ਸੁਣਨ ਕਰਕੇ ਸੰਸਾਰ ਦੇ ਵਿੱਚ ਜਿਹੜੇ ਅਸਗਾਹੋ ਸਮੁੰਦਰ, ਉਹ ਵੀ ਹੱਥ ਪਰ ਹੋ ਜਾਂਦੇ। ਗੁਰਬਾਣੀ ਦੇ ਵਿੱਚ ਪਾਵਨ ਬਚਨ ਹੈ, ਅਧਿਆਤਮ ਪ੍ਰਕਾਸ਼ ਦੇ ਵਿੱਚ ਵੀ ਹੈ। ਸਾਗਰ ਤਰਿਓ ਬਾਛਰ ਖੋਰ, ਖੇਦ ਨਾ ਪਾਇਓ ਨੈ ਫੁਨ ਰੋਜ਼। ਤਕਲੀਫ ਨਹੀਂ ਹੋਈ, ਕੋਈ ਦੁੱਖ ਨਹੀਂ ਹੋਇਆ। ਤਾਂ ਬਿਨ ਜਾਨਤ ਸਿੰਧ ਸੋ ਲਾਗਤ, ਇਹ ਸੰਸਾਰ ਸਮੁੰਦਰ ਲੱਗ ਰਿਹਾ ਸੀ। ਜਾਨਤ ਗੋ ਪਦ ਤੁਲ ਤਰੇ ਹੈ। ਤੇ ਗਊ ਦੀ ਪੈੜ ਦੇ ਵਿੱਚ ਕਿੰਨਾ ਕੁ ਪਾਣੀ ਹੁੰਦਾ ਭਾਈ? ਨਿਆਣਾ ਵੀ ਲੰਘ ਜਾਂਦਾ ਹੈ, ਉਹਦੇ ਕੋਲ ਡੁੱਬ ਕੇ ਥੋੜੀ ਮਰਦਾ। ਕਹਿੰਦੇ ਸੰਸਾਰ ਗਊ ਦੀ ਪੌੜ, ਜਿਵੇਂ ਉਹਦੇ 'ਚ ਪਾਣੀ ਆਉਂਦਾ, ਨਾਮ ਦੇ ਆਸਰੇ ਜਿਨ੍ਹਾਂ ਨੇ ਨਾਮ ਸੁਣਿਆ ਐਂ ਲੰਘ ਜਾਂਦੇ ਨੇ, ਜਿਵੇਂ ਗਊ ਦੀ ਪੈੜ 'ਚ ਭਰੇ ਹੋਏ ਪਾਣੀ ਬਰਸਾਤ ਦੇ ਵਿੱਚ ਬੰਦਾ ਅੱਗੇ ਲੰਘ ਜਾਂਦਾ, ਸੌਖਾ ਲੰਘ ਜਾਂਦਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾ। ਉਸ ਪ੍ਰਭੂ ਦੇ ਨਾਮ ਨੂੰ ਸੁਣਿਆ, ਸੁਣ ਕਰਕੇ ਅਸਗਾਹੋ ਗਹਿਰ ਗੰਭੀਰ, ਇਹ ਅਖੀਰਲਾ ਅਰਥ ਹੈ ਪਰਮਾਤਮਾ ਜਿਹਦਾ ਥਾਂ ਹੀ ਕੋਈ ਨਹੀਂ। ਉਹ ਹੱਥ ਹਸਤਾਮਤ, ਹੱਥ ਉਤੇ ਧਰੇ ਔਲੇ ਦੀ ਤਿਆਈ ਹੋ ਜਾਂਦਾ ਹੈ। ਭਾਵ ਪਰਮਾਤਮਾ ਦੀ ਸਿਖਿਆਤਾ ਕਾਰ ਹੋ ਜਾਂਦੀ ਹੈ। ਇਸ ਕਰਕੇ ਇਸ ਪੌੜੀ ਦੇ ਅੰਦਰ ਗੁਰਸਿੱਖਾਂ ਨੂੰ ਨਿਸ਼ਚਾ ਦਿੱਤਾ ਹੈ ਜੀ, ਨਾਨਕ ਭਗਤਾ ਸਦਾ ਵਿਗਾਸ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਸਿੱਧੋ
ਨਾਮ ਸਰਵਣ ਕਰਨ ਦੇ ਪ੍ਰਤਾਪ ਕਰਕੇ ਭਗਤਾਂ ਕੀ ਭਗਤੀ ਕਰਨ ਵਾਲਿਆਂ ਨੂੰ ਸਦਾ ਹਮੇਸ਼ਾ ਹੀ ਵਿਗਾਸ ਨਾਮ ਆਨੰਦ ਦਾ ਖੇੜਾ ਬਣਿਆ ਰਹਿੰਦਾ ਹੈ। ਵਾ ਵਿਸ਼ੇਸ਼ ਕਰਕੇ ਗਾਸ ਚਾਨਣਾ ਗਿਆਨ ਦਾ ਹੋ ਜਾਂਦਾ ਹੈ। ਜਿਵੇਂ ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਉਹ ਕੀਰਤਨ ਕਰਦੇ ਹੋਏ ਖਿੜੇ ਰਹਿੰਦੇ, ਨਾਮ ਜਪਦੇ ਹੋਏ ਖਿੜੇ ਰਹਿੰਦੇ। ਨਾਮ ਦੇ ਵਿੱਚ ਖੇੜਾ ਹੈ, ਪਰਮਾਤਮਾ ਦੇ ਵਿੱਚ ਖੇੜਾ ਹੈ। ਪਰਮਾਤਮਾ ਆਨੰਦ ਸਰੂਪ ਹੈ, ਉਹਦਾ ਨਾਮ ਵੀ ਆਨੰਦ ਸਰੂਪ ਹੈ। ਸੂਰਜ ਦੇ ਵਿੱਚ ਚਾਨਣਾ ਹੈ, ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣਾ ਹੈ। ਪਰਮਾਤਮਾ ਦੇ ਵਿੱਚ ਆਨੰਦ ਹੈ, ਪਰਮਾਤਮਾ ਦੇ ਨਾਮ ਵਿੱਚ ਵੀ ਆਨੰਦ ਹੈ। ਨਾਮ ਕੀ ਹੈ? ਪਰਮਾਤਮਾ ਦੀ ਇੱਕ ਕਿਰਨ। ਕਿਰਨ ਧਰਤੀ ਤੱਕ ਪਹੁੰਚ ਸਕਦੀ ਹੈ। ਇਸ ਕਰਕੇ ਧਰਤੀ ਤੇ ਖੜੇ ਲੋਕਾਂ ਨੂੰ ਕਿਰਨ ਜਿਹੜੀ ਹੈ ਉਹ ਚਾਨਣਾ ਦਿੰਦੀ ਹੈ। ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਇਹ ਅਸੀਂ ਜਿਵੇਂ ਸੂਰਜ ਨਾਲ ਜੁੜਨਾ ਹੋਵੇ ਉਹਦੀ ਕਿਰਨ ਦੁਆਰਾ ਜੁੜਦੇ ਹਾਂ। ਜੇ ਪਰਮਾਤਮਾ ਨਾਲ ਜੁੜਨਾ ਹੋਵੇ ਉਹਦੇ ਨਾਮ ਦੁਆਰਾ ਜੁੜਾਂਗੇ। ਸੰਸਾਰ ਦਾ ਕੋਈ ਪਦਾਰਥ ਵਿਸ਼ੇ ਵਿਕਾਰਨ ਭਾਵੇਂ ਖਾਣ ਵਾਲੇ, ਪਹਿਨਣ ਵਾਲੇ, ਭੋਗਣ ਵਾਲੇ, ਕਿਸੇ ਪਦਾਰਥ ਦੇ ਵਿੱਚ ਖੇੜਾ ਨਹੀਂ ਹੈ। ਲੱਗਦਾ ਹੈ ਵੀ ਆਨੰਦ ਹੈ, ਪਰ ਉਹ ਆਨੰਦ ਖਿਨ ਭੰਗਰ ਆਨੰਦ ਹੈ। ਉਦੋਂ ਬਾਅਦ ਗਮ ਦਿੰਦਾ ਹੈ, ਤਕਲੀਫ ਦਿੰਦਾ ਹੈ, ਦੁੱਖ ਦਿੰਦਾ ਹੈ। ਨਾਮ ਇੱਕ ਐਸਾ ਹੈ ਸਦਾ ਵਿਗਾਸ ਦਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਨਾਮ ਜਪਣ ਵਾਲੇ ਨੂੰ ਕਿੰਨੇ ਦੁੱਖ ਤਸੀਹੇ ਭਾਵੇਂ ਕੋਈ ਦੇਵੇ, ਉਹਦੇ ਆਨੰਦ ਵਿੱਚ ਫਰਕ ਨਹੀਂ ਪੈਂਦਾ। ਬੰਦ ਕੱਟ ਦੇਵੇ, ਖੋਪਰੀਆਂ ਲਾ ਦੇਵੇ, ਨੀਹਾਂ 'ਚ ਖੜਾ ਦੇਵੇ। ਜਿਨ੍ਹਾਂ ਦੇ ਸਥਾਨ ਦੇ ਕੋਲ ਬੈਠੇ ਆਪਾਂ, ਕਿੰਨੀ ਕੁ ਉਮਰ ਸੀ ਬਾਬਾ ਜ਼ੋਰਾਵਰ ਸਿੰਘ ਦੀ, ਬਾਬਾ ਫਤਿਹ ਸਿੰਘ ਸਾਹਿਬ ਦੀ। ਦੁੱਖ ਨੇੜੇ ਆਇਆ ਹੈ ਤੱਕ ਨਹੀਂ ਗਈ। ਤੋ ਇਸ ਕਰਕੇ ਸਦਾ ਵਿਗਾਸ ਸੀ ਉਹਨਾਂ ਨੂੰ। ਮਾਤਾ ਗੁਜਰ ਕੌਰ ਦੀ ਠੰਡੇ ਬੁਰਜ ਬੈਠੀ ਵਿਗਾਸ ਸੀ, ਆਨੰਦ ਸੀ। ਇਤਿਹਾਸਕਾਰਾਂ ਨੇ ਕਿਸ ਪੱਖ ਨੂੰ ਲੈ ਕੇ ਕਿਵੇਂ ਲਿਖ ਦਿੱਤਾ ਉਹ ਤਾਂ ਲੇਖਕਾਂ ਦੀ ਹੈਗਾ। ਮਾਤਾ ਦੀ ਅਵਸਥਾ ਬਹੁਤ ਉੱਚੀ ਸੀ। ਤੋ ਇਸ ਕਰਕੇ ਉਹਨਾਂ ਨੂੰ ਸਦਾ ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੈ। ਆਨੰਦ ਰਹਿੰਦੇ ਹਨ ਜੇ ਸੁਣਿਐ ਦੁਖ ਪਾਪ ਕਾ ਨਾਸ। ਸਿੱਧਾਂ ਨੂੰ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਦੁੱਖਾਂ ਅਤੇ ਪਾਪ ਦੀ ਗੁਨਾਹਾਂ ਦਾ ਖਾਤਮਾ ਹੋ ਜਾਂਦਾ ਹੈ। ਕਿਉਂਕਿ ਜਦੋਂ ਦਰਖਤ ਦੀ ਜੜ ਹੀ ਨਾ ਰਹੀ, ਦਰਖਤ ਕਿੱਥੇ ਰਹੇਗਾ? ਜਦੋਂ ਪਾਪ ਹੀ ਖਤਮ ਹੋ ਗਏ, ਦੁੱਖ ਕਿੱਥੇ ਰਹਿਣਗੇ? ਸੁਣਿਆ ਦੁਖ ਪਾਪ ਕਾ ਨਾਸ। ਨਾਏ ਸੁਣਿਆ ਮਨ ਤ੍ਰਿਪਤੀਐ, ਸਭ ਦੁੱਖ ਗਵਾਏ। ਉਹ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਦੁੱਖਾਂ ਦਾ ਕਾਰਨ ਜੋ ਕਮਾਏ ਹੋਏ ਪਾਪ ਕਰਮ ਨੇ ਉਹਨਾਂ ਦਾ ਨਾਸ ਹੋ ਜਾਂਦਾ ਹੈ। ਦੁੱਖਾਂ ਦਾ ਨਾਸ ਕਰਨ ਵਾਲੇ ਧਨੰਤਰ ਵੈਦ, ਬਿਆਸ ਰਿਸ਼ੀ, ਉਹ ਵੀ ਇਹੀ ਉਚਾਰਨ ਕਰਦੇ ਨੇ। ਪਾਪ ਨਾਸਕ ਕਥਾ, ਪਾਪਾਂ ਦਾ ਨਾਸ ਕਰਨ ਵਾਲੇ ਬਿਆਸ ਰਿਸ਼ੀ ਪਾਸੋਂ ਵੀ, ਧਨੰਤਰ ਵੈਦ ਦੇ ਕੋਲੋਂ ਵੀ। ਉਹ ਕਹਿੰਦਾ ਮੇਰੀਆਂ ਜੜੀਆਂ ਬੂਟੀਆਂ ਕੁਛ ਨਹੀਂ, ਇਹ ਸਾਰੀ ਮਹਿਮਾ ਸੁਣੀ ਗਈ ਹੈ ਕਿ ਨਾਮ ਦਾ ਪ੍ਰਤਾਪ ਹੈ। ਤੋ ਇਸ ਕਰਕੇ ਨਾਮ ਸਿਮਰਨ ਜਿਹੜਾ ਹੈ ਉਹ ਸਬਤ ਹੈ। ਨਾਮ ਤੁਲ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ। ਧਨੰਤਰ ਵੈਦ ਇਹ ਕਹਿੰਦਾ, ਗੁਰੂ ਸਾਹਿਬ ਜੀ ਨੇ ਪਾਵਨ ਵਚਨ ਕਿਹਾ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਧਨੰਤਰ ਪੁਰਾਣੇ ਵੈਦ ਜਿਹੜੇ ਸੀ ਉਹ ਕਹਿੰਦੇ ਦਵਾਈ ਕੁਛ ਨਹੀਂ, ਪਰਮਾਤਮਾ ਦੀ ਬਣਾਈ ਹੈ। ਨਾਮ ਤੇ ਨਿਸ਼ਚਾ ਰੱਖੀ, ਨਾਮ ਜਪ ਕੇ ਮੇਰੀ ਦਵਾਈ ਲਈ, ਦਵਾਈ ਕੰਮ ਕਰੇਗੀ। ਨਾਮ ਹੀ ਸਭ ਕੁਛ ਹੈ। ਨਾਮ ਦੇ ਸੁਣੋ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਤੋ ਇਸ ਕਰਕੇ ਬਿਆਸ ਰਿਸ਼ੀ ਵਰਗਿਆਂ ਨੇ, ਧਨੰਤਰ ਵੈਦ ਵਰਗਿਆਂ, ਉਹਨਾਂ ਕੋਲੋਂ ਵੀ ਇਹ ਗੱਲ ਸੁਣੀ ਗਈ ਹੈ। ਤੋ ਇਸ ਕਰਕੇ ਹੁਣ ਜਿਹੜੀ ਇਹ ਪੌੜੀ ਸੀ ਜਿਹਦੇ ਅਰਥ ਸੁਣੇ 11ਵੀਂ ਪੌੜੀ, ਇਹਦਾ ਜਿਹੜਾ ਮੁੱਖ ਸਿਧਾਂਤ ਕੀ ਸੀ, ਇਹਦੇ ਵਿੱਚ ਨਿਚੋੜ ਕੀ ਹੈ ਇਹਦਾ ਅੱਜ ਦੀ ਕਥਾ ਦਾ। ਗੁਰੂ ਸਾਹਿਬ ਨੇ ਇਹਦੇ ਵਿੱਚ ਨਾਮ ਸਰਵਣ ਕਰਨ ਵਾਲੇ ਜਿਹੜੇ ਨੇ ਸਰਾ ਸ੍ਰੇਸ਼ਟ ਗੁਣਾਂ ਦੀ ਗਾਹ ਜਗ੍ਹਾ ਅਸਥਾਨ ਬਣ ਜਾਂਦੇ ਨੇ। ਇੱਕ ਤਾਂ ਇਹ ਸੀ ਨਾਮ ਸੁਣ ਕੇ ਸੇਖ ਪੀਰ ਪਾਤਸ਼ਾਹ ਆਦਿਕ ਜੋ ਚਾਹਣ ਉਹ ਬਣ ਜਾਂਦੇ ਨੇ। ਸ਼ਾਸਤਰਕ ਗਿਆਨ ਤੋਂ ਅੰਧੇ ਜਿਹੜੇ ਅਗਿਆਨੀ ਨੇ, ਗਿਆਨਹੀਣੇ ਨੇ,
ਉਹ ਵੀ ਭਗਤੀ ਦੇ ਸਹਿਤ ਗਿਆਨ ਰਸਤੇ ਦੀ ਪ੍ਰਾਪਤੀ ਕਰ ਲੈਂਦੇ ਨੇ। ਨਾਮ ਸੁਣ ਕਰਕੇ ਜਿਹੜੇ ਇਸ ਗਾਹ ਡੂੰਘੇ ਦਰਿਆ ਨੇ ਉਹ ਵੀ ਹੱਥ ਪਰ ਹੋ ਜਾਂਦੇ ਨੇ। ਵਾਹਿਗੁਰੂ ਦੇ ਨਾਮ ਨੂੰ ਜੋ ਸੰਤ ਭਗਤ ਜਨ ਉਹ ਕਿਸੇ ਬਾਸ਼ਨਾ ਅਧੀਨ ਹੋ ਕੇ ਨਹੀਂ ਸਿਮਰਦੇ, ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਹਮੇਸ਼ਾ ਖੇੜਾ ਤੇ ਆਨੰਦ ਬਣਿਆ ਰਹਿੰਦਾ ਹੈ। ਸਰਵਣ ਕਰਨ ਦੇ ਨਾਲ ਜਿਹੜਾ ਨਾਮ ਨੂੰ ਸਰਵਣ ਕਰਦਾ ਹੈ, ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਇਹ 4 ਪੌੜੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਵਾਹਿਗੁਰੂ ਦੇ ਨਾਮ ਸਰਵਣ ਕਰਨ ਦੀ ਮਹਿਮਾ ਦਰਸਾਈ ਹੈ। ਹੁਣ ਅਗਲੀਆਂ 4 ਪੌੜੀਆਂ ਜਿਹੜੀਆਂ ਆਉਣਗੀਆਂ ਮੰਨੇ ਦੀ, ਉਹਦੇ ਵਿੱਚ ਗੁਰੂ ਸਾਹਿਬ ਦੇ ਮੰਨਣ ਦੀ ਮਹਿਮਾ ਦਾ ਵਿਖਿਆਨ ਕਰਨਗੇ। ਇਹ ਪੌੜੀ ਦਾ ਕਥਨ ਮਹਾਰਾਜ 63 ਅੱਖਰਾਂ ਦੇ ਵਿੱਚ ਕੀਤਾ ਗੁਰੂ ਸਾਹਿਬ ਨੇ। ਸੋ ਇਹ ਜਿਹੜੀਆਂ ਪੌੜੀਆਂ ਸੁਣਿਆ ਸਿੱਧ ਪੀਰ ਸਰਨਾਲ, ਸੁਣਿਆ ਈਸ਼ਰ ਬਰਮਾਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾ ਗੁਣਾ ਕੇ ਗਾਹ, 4 ਪੌੜੀਆਂ ਸੀ ਨਾ। ਇਹ 4 ਪੌੜੀਆਂ ਦੇ ਵਿੱਚ ਗਿਆਨ ਦਾ ਪਹਿਲਾ ਸਾਧਨ ਸਰਵਣ ਸਮਾਪਤ ਹੋਇਆ। ਸਰਵਣ ਮੰਨਣ ਨਿਧਿਆਸਨ ਤਤ ਤੋਇ ਪਾਦਾ ਸੁਸ਼ੋਧਨ, ਉਹਦੀ ਲੜੀ ਚੱਲ ਰਹੀ ਹੈ। ਇਸ ਲੜੀ ਦਾ ਪਹਿਲਾ ਪ੍ਰਕਰਨ ਸੁਣਨ ਦਾ ਸਮਾਪਤ ਹੁੰਦਾ ਹੈ। ਆਓ ਹੁਣ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।